ਨਵਬੁੱਧ ਸਾਂਝੀਆਂ ਵਿਚਾਰਾਂ ਦੇ ਅੱਜ ਦੇ ਐਪੀਸੋਡ ਵਿੱਚ ਆਪ ਸਭ ਦਾ ਤਹਿ ਦਿਲ ਤੋਂ ਸਵਾਗਤ ਹੈ। ਅਸੀਂ ਸਾਂਝੀਆਂ ਵਿਚਾਰਾਂ ਦੇ ਵਿੱਚ ਕੁਝ ਗੱਲਾਂ ਵਿਚਾਰ ਗੋਚਰੇ ਲੈ ਕੇ ਆਉਂਦੇ ਹਾਂ, ਜਿਹਦੇ ਲਈ ਵਿਚਾਰ ਦੀ ਬਹੁਤ ਜ਼ਰੂਰੀ ਹੈ, ਕਿਉਂਕਿ ਵਿਚਾਰ ਇਕੱਲਿਆਂ ਦਾ ਨਹੀਂ ਹੋ ਸਕਦਾ। ਵਿਚਾਰ ਤਾਂ ਹੀ ਚੰਗਾ ਹੁੰਦਾ ਜੇ ਉਹਨੂੰ ਸਾਂਝਾ ਕੀਤਾ ਜਾਵੇ। ਤਾਂ ਅਸੀਂ ਕੋਈ ਨਾ ਕੋਈ ਇੱਦਾਂ ਦੀ ਗੱਲ ਜਾਂ ਇੱਦਾਂ ਦਾ ਮਸਲਾ ਤੁਹਾਡੇ ਕਚਹਿਰੀ ਵਿੱਚ ਅਸੀਂ ਲੈ ਕੇ ਆਉਂਦੇ ਹਾਂ ਕਿ ਉੱਤੇ ਵਿਚਾਰ ਕਰਨੀ ਚਾਹੀਦੀ। ਸਾਨੂੰ ਕੁਝ ਵਿਚਾਰਾਂ ਅਸੀਂ ਕਰਦੇ ਹਾਂ, ਉਹਨਾਂ ਦਾ ਵਿਚਾਰ ਕਰਨ ਦਾ ਜਿਹੜਾ ਨਜ਼ਰੀਆ ਉਹਦੇ ਵਿੱਚ ਵੀ ਕਈ ਵਾਰੀ ਤਬਦੀਲੀ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਅਸੀਂ ਕਈ ਵਾਰੀ ਕਿਸੇ ਗੱਲ ਨੂੰ ਇਸ ਕਰਕੇ ਮੰਨ ਕੇ ਬਹਿ ਜਾਂਦੇ ਹਾਂ ਕਿ ਉਹ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸਾਡੇ ਮੰਮੀ ਕਰਦੇ ਸੀ, ਪਾਪਾ ਕਰਦੇ ਸੀ, ਬਾਬਾ ਕਰਦਾ ਸੀ, ਤਾਂ ਅਸੀਂ ਉਸ ਗੱਲ ਨੂੰ ਉੱਦਾਂ ਤੁਰੇ ਵਕਤ ਦੇ ਮੁਤਾਬਕ, ਹਾਲਾਤ ਦੇ ਮੁਤਾਬਕ ਬਹੁਤ ਸਾਰੀਆਂ ਤਬਦੀਲੀਆਂ ਦੀ ਜ਼ਰੂਰਤ ਹੁੰਦੀ ਹੈ ਕਿਸੇ ਕੰਮ ਵਿੱਚ ਵੀ। ਅੱਜ ਅਸੀਂ ਇੱਕ ਇਹੋ ਜਿਹੀ ਗੱਲ ਕਰਨੀ ਹੈ, ਇਸ ਮਸਲੇ 'ਤੇ ਜਿਹੜਾ ਕਿ ਮਸਲਾ ਬਹੁਤ ਸਿੰਪਲ ਔਰ ਬਹੁਤ ਆਮ। ਦਸੰਬਰ ਦਾ ਜਿਹੜਾ ਮਹੀਨਾ ਹੁੰਦਾ, ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨ ਹੁੰਦੇ, ਬਹੁਤ ਸਾਰੇ ਦਿਨ ਹੁੰਦੇ ਆ ਜਿਹੜੇ ਕਿ ਅਸੀਂ ਮੁਹੱਬਤ ਨਾਲ, ਖੁਸ਼ੀਆਂ ਨਾਲ ਮਨਾਉਂਦੇ ਹਾਂ, ਅਤੇ ਉਹਨਾਂ ਵਿੱਚ ਅਸੀਂ ਕਈ ਰੌਹ ਰਬੀਤਾਂ ਅਸੀਂ ਵਰਤਦੇ ਹਾਂ, ਜਿਹੜੀਆਂ ਅੱਜ ਆਪਾਂ ਡਿਸਕਸ ਕਰਨੀਆਂ ਵੀ ਕੀ ਜੋ ਅਸੀਂ ਕਰ ਰਹੇ ਹਾਂ, ਕੀ ਸਾਨੂੰ ਉਹਦਾ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਜਾਂ ਕਿਉਂ ਕਰ ਰਹੇ ਹਾਂ, ਜਾਂ ਉਹ ਕਦੋਂ ਚੱਲੀਆਂ, ਉਹਦਾ ਕਾਰਨ ਅੱਜ ਕੀ ਆ ਅਤੇ ਉਦੋਂ ਕੀ ਸੀ। ਇਹ ਜਿਹੜੀ ਵਿਚਾਰ ਆ ਉਹ ਹਮੇਸ਼ਾ ਤੁਹਾਡੇ ਨਾਲ ਕੋਈ ਹੋਵੇ ਤਾਂ ਹੀ ਸਾਂਝੀ ਹੁੰਦੀ ਆ। ਜਿੱਦਾਂ ਅਸੀਂ ਗੱਲ ਕਰਦੇ ਹਾਂ, ਤੁਸੀਂ ਸਾਨੂੰ ਆਪਣੇ ਟੈਲੀਫੋਨ ਕਰਕੇ ਤੁਸੀਂ ਆਪਣੇ ਵਿਚਾਰ ਉਹਦੇ ਸੰਬੰਧ ਵਿੱਚ ਦੱਸ ਸਕਦੇ ਆ ਵੀ ਇਸ ਗੱਲ ਨੂੰ ਕਿੱਦਾਂ ਅੱਗੇ ਤੋਰਨਾ ਚਾਹੀਦਾ ਜਾਂ ਕਿੱਦਾਂ ਇਹਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਆ। ਕਿਉਂਕਿ ਮੈਂ ਇਕੱਲਾ ਵਿਚਾਰ ਕਰਾਂ ਤਾਂ ਵਿਚਾਰ ਨਹੀਂ ਬਣਦੀ, ਉਹ ਮੇਰਾ ਆਪਣਾ ਇੱਕ ਨਜ਼ਰੀਆ ਹੋ ਸਕਦਾ। ਇਸੇ ਕਰਕੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਜਿਹੜੇ ਮੇਰੇ ਸਹਿਯੋਗੀ ਵੀਰ ਡਾਕਟਰ ਹਰੀਸ਼ ਮਲਹੋਤਰਾ ਜੀ, ਮਲਹੋਤਰਾ ਸਾਹਿਬ, ਤਾਂ ਤੁਹਾਨੂੰ ਪਤਾ ਕਿ ਵੈਸੇ ਹੀ ਹਰ ਮਸਲੇ ਵਿੱਚ, ਚਾਹੇ ਉਹ ਸਿਆਸੀ ਹੋਵੇ, ਚਾਹੇ ਉਹ ਸਮਾਜਿਕ ਹੋਵੇ, ਚਾਹੇ ਉਹ ਡੋਮੈਸਟਿਕ ਹੋਵੇ, ਉਹਦੇ ਬਾਰੇ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਆ ਜਿਹਨੂੰ ਲੈ ਕੇ ਉਹਨਾਂ ਨੇ ਬਹੁਤ ਕੁਛ ਲਿਖਿਆ ਔਰ ਬਹੁਤ ਕੁਛ ਉਹ ਵੱਖਰੇ ਵੱਖਰੇ ਮੀਡੀਆ 'ਤੇ ਬੋਲਦੇ ਆ। ਅੱਜ ਵੀ ਉਹ ਮੇਰੇ ਨਾਲ ਸ਼ਾਮਲ ਹਨ। ਪਹਿਲਾਂ ਤਾਂ ਆਓ ਆਪਾਂ ਤੁਹਾਨੂੰ ਨਾਲ ਲੈ ਕੇ ਉਹਨਾਂ ਨੂੰ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਤੁਸੀਂ ਆਏ। ਅੱਛਾ, ਇਹ ਜਿਹੜਾ ਦਸੰਬਰ ਦਾ ਮਹੀਨਾ ਆ, ਇਹ ਚੜ੍ਹਦਿਆਂ ਸਾਰੇ ਅਸੀਂ ਲਾਈਟਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਕਿ ਕ੍ਰਿਸਮਸ ਦਾ ਟਾਈਮ ਆ ਗਿਆ। ਕ੍ਰਿਸਮਸ ਨੂੰ ਇੱਕ ਰਿਵਾਇਤ ਚੱਲੀ ਆ ਕਿ ਗਿਫਟ ਦੇਣੇ ਔਰ ਲੈਣੇ। ਅੱਜ ਆਪਾਂ ਜਿਹੜੀ ਗੱਲ ਕਰਨੀ ਉਹ ਗਿਫਟਾਂ 'ਤੇ ਆ। ਤੁਸੀਂ ਜਦੋਂ ਵੀ ਤੁਹਾਡਾ ਵਕਤ ਲੱਗੇ, ਤੁਸੀਂ ਫੋਨ ਕਰਕੇ ਆਪਣੀ ਸਲਾਹ ਜਾਂ ਆਪਣਾ ਵਿਚਾਰ ਇਹਦੇ ਬਾਰੇ ਦੇ ਸਕਦੇ ਹਾਂ। ਸੋਚ ਇਹ ਅਸੀਂ ਸੋਚਦੇ ਹਾਂ ਕਿ ਅਸੀਂ ਜਦੋਂ ਕਿਸੇ ਨੂੰ ਗਿਫਟ ਦਿੰਦੇ ਹਾਂ, ਉਸ ਵੇਲੇ ਜਿਹੜਾ ਫੈਸਲਾ ਉਹ ਗਿਫਟ ਜਿਹਨੂੰ ਦਿੱਤਾ ਜਾਂਦਾ ਉਹਨੇ ਨਹੀਂ ਕਰਨਾ ਹੁੰਦਾ। ਉਹ ਫੈਸਲਾ ਗਿਫਟ ਦੇਣ ਵਾਲੇ ਨੇ ਕਰਨਾ ਹੁੰਦਾ ਵੀ ਮੈਂ ਕਿਹੜੇ ਰਿਸ਼ਤੇ ਨੂੰ ਕਿਹੜਾ ਗਿਫਟ ਦੇਵਾਂ। ਕੀ ਗਿਫਟ ਦੇਣਾ ਜ਼ਰੂਰੀ ਆ? ਕੀ ਗਿਫਟ ਸਵੀਕਾਰ ਕਰਨਾ ਜ਼ਰੂਰੀ ਆ? ਇੱਥੋਂ ਆਪਾਂ ਗੱਲ ਸ਼ੁਰੂ ਕਰਾਂਗੇ। ਆਓ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ ਜੀ, ਤੁਸੀਂ ਕਿਤੇ ਕੀ ਮਹਿਸੂਸ ਕਰਦੇ ਆ ਵੀ ਗਿਫਟ ਜਿਹੜਾ ਹੈਗਾ ਉਹਦੀ ਇੰਪੋਰਟੈਂਸ ਕੀ ਆ, ਜਾਂ ਉਹਦੀ ਕੋਈ ਇੰਪੋਰਟੈਂਸ ਹੈ ਜਾਂ ਨਹੀਂ? ਦੇਖੋ, ਜਿਹੜੇ ਗਿਫਟ ਜਿਸ ਤਰ੍ਹਾਂ ਦੱਸਿਆ ਵੀ ਕ੍ਰਿਸਮਸ 'ਤੇ ਤਾਂ ਆਪਾਂ ਆਮ ਕਰਕੇ ਦਿੰਦੇ ਹੈਗੇ ਹਾਂ, ਜਿਹੜਾ ਕਿ ਗੋਰਿਆਂ ਦਾ ਰਿਵਾਜ ਹੈਗਾ ਵੀ ਜੀਸਸ ਕ੍ਰਾਈਸਟ ਦੇ ਵੇਲੇ ਦਾ ਟਾਈਮ ਦਾ ਕਹਿੰਦੇ ਚੱਲਿਆ, ਬਈ ਆਪਾਂ ਉਸ ਬਹਿਸ ਵਿੱਚ ਨਹੀਂ ਪੈਣਾ ਬਈ ਜਿਹੜਾ ਸੀਗਾ ਉਦੋਂ ਕੀ ਸੀਗਾ ਹੋਇਆ, ਕੀ ਨਹੀਂ ਸੀ ਹੋਇਆ। ਜਿਹੜਾ ਰਿਵਾਜ ਅਸੀਂ ਦੇਖਦੇ ਆ ਰਹੇ ਹੈਗੇ, ਇੱਥੋਂ ਆਪਾਂ 50-60 ਸਾਲ ਆਪਾਂ ਰਹਿੰਦੇ ਨੇ ਇੱਥੇ ਹੋ ਗਿਆ ਇਸ ਮੁਲਕ ਦੇ ਵਿੱਚ। ਇੱਕ ਤਾਂ ਕ੍ਰਿਸਮਸ 'ਤੇ ਗਿਫਟ ਦਿੰਦੇ ਹਾਂ, ਦੂਸਰੀ ਆਪਾਂ ਵਿਆਹ ਸ਼ਾਦੀਆਂ 'ਤੇ ਵੀ ਗਿਫਟ ਦਿੰਦੇ ਹੈਗੇ, ਜਾਂ ਕਿ ਕਿਸੇ ਦੀ ਕੋਈ ਇੰਗੇਜਮੈਂਟ ਪਾਰਟੀ ਹੈ ਜਾਂ ਬਰਥਡੇ ਦੀ ਪਾਰਟੀ ਹੈਗੀ ਆ, ਅਸੀਂ ਬੱਚਿਆਂ ਨੂੰ ਗਿਫਟ ਦਿੰਦੇ ਹੈਗੇ ਹਾਂ ਜਾਂ ਉਸ ਬੰਦਿਆਂ ਨੂੰ ਗਿਫਟ ਦਿੰਦੇ ਹੈਗੇ। ਰਿਵਾਜ ਜਾਣੀ ਕਿ ਕਾਫੀ ਚੇਂਜ ਵੀ ਹੋ ਗਿਆ। ਜੇ ਆਪਾਂ ਵਿਆਹਾਂ ਤੋਂ ਸ਼ੁਰੂ ਕਰੀਏ, ਫਿਰ ਆਪਾਂ ਕ੍ਰਿਸਮਸ ਵਾਲ ਆਏ ਹਾਂ। ਵਿਆਹਾਂ ਦੇ ਅੱਗੇ ਹੁੰਦਾ ਸੀ ਬੜੀਆਂ ਬੜੀਆਂ ਚੀਜ਼ਾਂ ਜਿਹੜੀਆਂ ਵੱਡੀਆਂ ਵੱਡੀਆਂ ਲੈ ਕੇ ਜੀ, ਅਤੇ ਉਹ ਕਿਸੇ ਨੂੰ ਚਾਹੀਦੀਆਂ, ਕਿਸੇ ਨੂੰ ਨਹੀਂ ਚਾਹੀਦੀਆਂ।
ਸ਼ਰਟਾਂ ਦੇ ਜਿਹੜੀਆਂ ਯਾਨੀ ਕਿ ਜਾਂ ਫਲਾਨੀ ਧਮਕਾਨੀ ਉਹ ਪਤਾ ਨਹੀਂ ਕਿਸੇ ਦੇ ਮੇਚ ਆਉਂਦੀਆਂ ਸੀ ਵੀ ਨਹੀਂ ਆਉਂਦੀਆਂ ਸੀਗੀਆਂ, ਸਸਤੀਆਂ ਕਿਤੋਂ ਲੈ ਕੇ ਤੇ ਜੋ ਕੁਛ ਵੀ ਉਹ ਸਰਕਲ ਯਾਨੀ ਕਿ ਉਹਦਾ ਨਾ ਜਿਹੜਾ ਸਰਕਲ ਦੇ ਵਿੱਚ ਅਤੇ ਸਰਕੂਲੇਸ਼ਨ ਦੇ ਵਿੱਚ ਯਾਨੀ ਕਿ ਉਹ ਚੱਲ ਪੈਂਦੀਆਂ ਸੀਗੀਆਂ, ਗਾਂਹ ਅੱਗੇ ਤੋਂ ਗਾਂਹ ਕਰ ਦੇਣੀਆਂ। ਉਹ ਹੁਣ ਯਾਨੀ ਕਿ ਮੈਂ ਸਮਝ ਸਾਡੇ ਲੋਕਾਂ ਨੂੰ ਕਾਫੀ ਇਸ ਚੀਜ਼ ਦੀ ਸਮਝ ਆ ਗਈ ਹੈ ਵੀ ਹੁਣ ਜ਼ਮਾਨਾ ਗਿਆ ਹੈ ਵੀ ਹੁਣ ਜਿਹੜੀ ਆਪਾਂ ਚੀਜ਼ ਦਿੰਦੇ ਹੈਗੇ ਆ ਉਹ ਬੱਚੇ ਨੂੰ ਸ਼ਾਇਦ ਨਾ ਚਾਹੀਦੀ ਹੋਵੇ, ਨਾ ਹੀ ਘਰ ਵਿੱਚ ਉਹਨਾਂ ਦੀ ਥਾਂ ਵੀ ਹੋਵੇ ਇੰਨੀਆਂ ਚੀਜ਼ਾਂ ਰੱਖਣ ਦੀ, ਅਤੇ ਆਮ ਹੀ ਲੋਕਾਂ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਅਤੇ ਹੁਣ ਲੋਕ ਇਸੇ ਕਰਕੇ ਪੈਸੇ ਦੇਣ ਲੱਗ ਪਏ, ਯਾਨੀ ਕਿ ਦੈਟ ਮੇਕ ਸਮ ਸੈਂਸ। ਉਹ ਕਹਿੰਦਾ ਜੀ ਕੋਈ ਕਿਸੇ ਨੇ ਯਾਨੀ ਕਿ 20 ਪਾਉਂਡ ਦੇ ਦਿੱਤੇ ਸ਼ਗਨ ਦੇ, ਯਾਨੀ ਕਿ 30 ਦੇ ਦਿੱਤੇ, 40, 50, 60, 100, 200, 500 ਜਿੰਨਾ ਵੀ ਯਾਨੀ ਕਿ ਕਿਸੇ ਦਾ ਹੈਗਾ ਉਸ ਹਿਸਾਬ ਨਾਲ ਉਹ ਆਪਣਾ ਸ਼ਗਨ ਦੇ ਦਿੰਦਾ ਹੈਗਾ ਬਈ ਜਿਹੜੀ ਆ ਗੱਲ ਉਹ ਖਤਮ ਹੋਈ। ਅਤੇ ਜੇ ਅਸੀਂ ਬਰਥਡੇ ਦੀ ਵੀ ਗੱਲ ਕਰੀਏ ਉੱਥੇ ਵੀ ਅਸੀਂ ਯਾਨੀ ਕਿਹੜਾ ਹੈਗਾ ਆਮ ਕਰਕੇ ਬੱਚਿਆਂ ਨੂੰ ਤਾਂ ਯਾਨੀ ਕਿ ਇਹ ਹੁੰਦਾ ਹੈਗਾ ਵੀ ਕੋਈ ਖਿਡੌਣਾ ਦੇਣ ਕੇ ਦੇ ਦਿੱਤਾ ਜਾਂ ਕੁਛ ਵੀ, ਪਰ ਹੁਣ ਰਿਵਾਜ਼ ਯਾਨੀ ਕਿ ਇਹ ਵੀ ਉੱਥੇ ਵੀ ਇਹ ਗੱਲ ਬਣ ਰਹੀ ਹੈਗੀ ਆ ਅਤੇ ਈਵਨ ਬੱਚਿਆਂ ਦੇ ਬਰਥਡੇ 'ਤੇ ਵੀ ਜਿਹੜਾ ਹੈਗਾ ਉਹ ਅਸੀਂ ਪੈਸੇ ਦੇਣੇ ਸ਼ੁਰੂ ਕਰਤੇ ਹੈਗੇ ਆ, 20 ਦੇ ਦਿੱਤੇ ਪਾਉਂਡ ਯਾਨੀ ਕਿ ਜਾਂ 40 ਦੇ ਦਿੱਤੇ ਜਾਂ 50 ਦੇ ਦਿੱਤੇ, ਯਾਨੀ ਕਿ ਜਿੱਦਾਂ ਤੁਹਾਡਾ ਯਾਨੀ ਕਿ ਮਨ ਹੈਗਾ ਜਾਂ ਜੋ ਜਿੰਨੀ ਤੁਹਾਡੀ ਕੈਪੈਸਿਟੀ ਹੈਗੀ ਆ ਜਾਂ ਜਿੰਨਾ ਤੁਸੀਂ ਮੁਨਾਸਿਬ ਸਮਝਦੇ ਆ ਉਹਦੇ ਹਿਸਾਬ ਨਾਲ ਅਸੀਂ ਪੈਸੇ ਦੇਣ ਲੱਗ ਪੈਂਦੇ ਹਾਂ। ਹੁਣ ਕ੍ਰਿਸਮਸ ਦੀ ਯਾਨੀ ਕਿਹੜੀ ਗੱਲ ਹੈ, ਜਿਹੜਾ ਕ੍ਰਿਸਮਸ ਦਾ ਗਿਫਟ ਯਾਨੀ ਕਿ ਕ੍ਰਿਸਮਸ ਦੀ ਜਿਹੜੀ ਗੱਲ ਕਰੀ ਤਾਂ ਕ੍ਰਿਸਮਸ ਯਾਨੀ ਕਿ ਮੈਜੋਰਟੀ ਆਫ ਏਸ਼ੀਅਨ ਪੀਪਲ, ਇਹ ਨਹੀਂ ਹੈ ਆਪਣੇ ਏਸ਼ੀਅਨਸ ਦੇ ਵਿੱਚ ਕ੍ਰਿਸਚਨਸ ਲੋਕ ਨਹੀਂ ਹੈਗੇ, ਮੈਜੋਰਟੀ ਯਾਨੀ ਕਿਹੜੇ ਲੋਕ ਹੈਗੇ ਆ ਆਪਣੇ ਉਹ ਦੇਖਾ ਦੇਖੀ ਗੋਰਿਆਂ ਦੇ ਯਾਨੀ ਕਿ ਜਿਹੜੇ ਆਪਣੇ ਕ੍ਰਿਸਚਨਸ ਲੋਕ ਹੈਗੇ ਆ ਆਪਣੀ ਕਮਿਊਨਿਟੀ ਵਿਚੋਸ਼ਨ ਵਿੱਚੋਂ ਉਹ ਤਾਂ ਚਲੋ ਮੰਨਦੇ ਹੈਗੇ ਜੀਸਸ ਕ੍ਰਾਈਸਟ ਨੂੰ ਯਾਨੀ ਕਿ ਜਾਂ ਕ੍ਰਿਸਚੀਅਨਟੀ ਨੂੰ ਮੰਨਦੇ ਹੈ, ਪਰ ਜਿਹੜੇ ਬਾਕੀ ਧਰਮਾਂ ਦੇ ਲੋਕ ਹੈਗੇ ਉਹ ਵੀ ਅਸੀਂ ਕ੍ਰਿਸਮਸ 'ਤੇ ਜਿਹੜਾ ਹੈਗਾ ਇਸ ਚੀਜ਼ ਦੀ ਜਿਹੜੀ ਰਿਵਾਇਤ ਹੈਗੀ ਆ ਉਹਨੂੰ ਅਸੀਂ ਫੋਲੋ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਅਤੇ ਉਸ ਰਿਵਾਇਤ ਦੇ ਵਿੱਚ ਅਸੀਂ ਯਾਨੀ ਕਿ ਪਹਿਲੀ ਗੱਲ ਤਾਂ ਇਹ ਵੀ ਇਹ ਜਿਹੜੀ ਗਿਫਟ ਦੇਣ ਵਾਲੀ ਗੱਲ ਹੈਗੀ, ਜਿਹੜਾ ਸਵਾਲ ਮੇਰੇ ਵੀਰ ਨੇ ਪੁੱਛਿਆ ਹੈਗਾ ਉਹ ਤੁਹਾਡੇ ਆਪਣੇ ਮਨ ਦੀ ਖੁਸ਼ੀ ਹੈ, ਕੋਈ ਯਾਨੀ ਕਿ ਬਦੋਗਰੀ ਨਹੀਂ ਹੈ ਲਾਈਕ ਤੁਹਾਡੇ 'ਤੇ ਕੋਈ ਜਿਹੜਾ ਹੈਗਾ ਇਹ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਬਣੇ ਲਾਈਕ ਤੁਹਾਨੂੰ ਗਿਫਟ ਦੇਣਾ ਚਾਹੀਦਾ ਜਾਣ ਕੇ ਜਾਂ ਗਿਫਟ ਲੈਣਾ ਚਾਹੀਦਾ ਹੈਗਾ। ਜੋ ਤੁਹਾਡੇ ਮੈਂ ਯਾਨੀ ਕਿ ਲੋਕਾਂ ਨੂੰ ਦਿੰਦਾ ਹੈ ਗਿਫਟ, ਮੇਰੇ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਇੰਡੀਆ ਤੋਂ ਫਾਰ ਐਗਜ਼ਾਮਪਲ ਆਉਂਦਾ ਹੈਗਾ ਬੰਦਾ, ਉਹ ਮੈਨੂੰ ਕਹਿੰਦੇ ਨੇ ਦੇ ਮੈਨੂੰ ਯਾਨੀ ਕਿ ਲੱਗਦਾ ਨਹੀਂ ਯਾਰ ਮੈਨੂੰ ਯਾਦ ਹੈ ਕਿਸੇ ਦਾ ਨਾਂ ਤਾਂ ਲੈਣਾ ਆਪਾਂ, ਕਾਲ ਲੈ ਲਈਏ ਪਹਿਲਾਂ ਆਪਾਂ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਸਵਾਗਤ ਹੈ ਜੀ। ਹੈਲੋ ਜੀ, ਅਸਲਾਮ ਵਾਲੇਕੁਮ। ਸਲਾਮ ਵਾਲੇਕੁਮ। ਹਾਂਜੀ, ਗਿਫਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੁਹੰਮਦ ਜੀ, ਬੜੀ ਅੱਛੀ ਤੁਸੀਂ ਇਹ ਟਾਪਿਕ ਅੱਜ ਮੈਂ ਸ਼ੁਰੂ ਤੋਂ ਸੁਣ ਰਿਹਾ। ਕ੍ਰਿਸਮਸ ਦੇਖੋ ਨਾ ਕਹਿੰਦੇ ਜੀ ਕ੍ਰਾਈਸਟ ਦਾ ਬਰਥਡੇ ਵੇ ਕ੍ਰਿਸਮਸ, ਲੇਕਿਨ ਉਹ ਵੀ ਕਈ ਲੋਕ ਡਿਸਪਿਊਟ ਕਰਦੇ ਨੇ, ਉਹ ਕਹਿੰਦੇ ਨੇ ਕ੍ਰਿਸਮਸ ਐਵੇਂ ਇੱਕ ਗੈਟ ਟੂਗੈਦਰ ਹੈ, ਫੈਮਿਲੀ ਗੈਟ ਟੂਗੈਦਰ ਹੁੰਦਾ ਹੈ, ਤੇ ਉਸ ਦਿਨ ਸਾਰੇ ਰਲ ਮਿਲ ਕੇ ਫੈਮਿਲੀ ਡੇ ਮਨਾਉਂਦੇ ਨੇ ਤੇ ਗਿਫਟ ਐਕਸਚੇਂਜ ਕਰਦੇ ਨੇ। ਤੇ ਕ੍ਰਿਸਮਸ ਦੇ ਅਗਲੇ ਦਿਨ ਵਾਲੇ ਨੂੰ ਕਹਿੰਦੇ ਨੇ ਬਾਕਸਿੰਗ ਡੇ। ਤੇ ਮੈਂ ਕਿਸੇ ਇੱਥੇ ਆਪਣੇ ਇੱਕ ਦੋਸਤ ਕੋਲ ਪੁੱਛਿਆ, ਮੈਂ ਕਿਹਾ ਬਾਕਸਿੰਗ ਡੇ ਦਾ ਕੀ ਮਤਲਬ ਹੈ? ਤੇ ਉਹਨੇ ਕਿਹਾ ਜਿੰਨੇ ਵੀ ਗਿਫਟ ਮਿਲਦੇ ਨਾ ਕ੍ਰਿਸਮਸ ਵਾਲੇ ਦਿਨ ਉਹਨਾਂ ਨੂੰ ਖੋਲਦੇ ਨੇ ਤੇ ਉਹ ਬਾਕਸਿਸ ਵਗੈਰਾ ਖੋਲਦੇ ਨੇ ਤੇ ਉਹ ਉਹਨੂੰ ਬਾਕਸਿੰਗ ਡੇ ਕਹਿੰਦੇ ਨੇ, ਕਿਉਂਕਿ ਉਹ ਗਿਫਟ ਐਕਸਚੇਂਜ ਕਰਦੇ ਨਾ ਕ੍ਰਿਸਮਸ ਤੇ ਅਗਲੇ ਦਿਨ ਉਹ ਬਾਕਸਿੰਗ ਡੇ ਵਾਲੇ ਦਿਨ ਉਹ ਖੋਲਦੇ ਨੇ ਸਾਰੇ ਗਿਫਟ ਵਗੈਰਾ। ਆਈ ਡੋਂਟ ਨੋ ਇਫ ਇਟਸ ਟਰੂ ਔਰ ਨਾਟ, ਮੈਂ ਵੈਸੇ ਹੀ ਸੁਣਿਆ ਕਿਸੇ ਕੋਲੋਂ। ਤੇ ਬਹਰਾਲ ਬੜਾ ਅੱਛਾ ਟਾਪਿਕ ਹੈ। ਗਿਫਟ ਮਤਲਬ ਹੈ ਇੱਕ ਜਸਟ ਗੈਟ ਟੂਗੈਦਰ ਦਾ ਇੱਕ ਰਵਾਇਤ ਹੈ ਕਿ ਇੱਕ ਆਪਸ ਵਿੱਚ ਪੂਰੀ ਫੈਮਿਲੀ ਇਕੱਠੇ ਹੋ ਕੇ ਤੇ ਬੱਚਿਆਂ ਨੂੰ ਆਪਸ ਪਿਆਰ ਮੁਹੱਬਤ ਵਧਾਉਣ ਵਾਸਤੇ ਜਾਂ ਉਹਨਾਂ ਨੂੰ ਐਕਸਚੇਂਜ ਆਫ ਗਿਫਟਸ ਹੁੰਦੀ ਹੈ ਤਾਂ ਕਿ ਦੇ ਕੀਪ ਇਨ ਟੱਚ। ਇੱਕ ਖਾਸ ਦਿਨ ਮਨਾਉਂਦੇ ਨੇ ਕ੍ਰਿਸਮਸ ਦਾ ਦਿਨ ਜਿਹੜਾ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਸਪੈਸ਼ਲ ਡੇ ਵੇ, ਲੇਕਿਨ ਇਹਨੂੰ ਐਜ਼ ਏ ਰਿਲੀਜੀਅਸ ਫੈਸਟੀਵਲ ਨਹੀਂ ਸਮਝਣਾ ਚਾਹੀਦਾ ਹੈ। ਤੇ ਇੱਕ ਮਤਲਬ ਅਸੀਂ ਇੱਕ ਹੋਸਟ ਕਮਿਊਨਿਟੀ ਨੂੰ ਵਾਸਤੇ ਮਨਾਉਂਦੇ ਹਾਂ, ਸਾਰੇ ਭਾਵੇਂ ਕ੍ਰਿਸਚਨ ਨਾ ਵੀ ਹੋਣ ਉਹ ਵੀ ਕ੍ਰਿਸਮਸ ਵਾਲੇ ਦਿਨ ਸਾਰੇ ਫੈਮਿਲੀ ਹੁੰਦੀ ਹੈ, ਉਹ ਟਰਕੀ ਡਿਨਰ ਕਰਦੇ ਨੇ ਜਾਂ ਇਕੱਠੇ ਡਿਨਰ ਕਰਦੇ ਨੇ। ਤੇ ਆਈ ਡੋਂਟ ਥਿੰਕ ਇਟ ਇਜ਼ ਅ ਰਿਲੀਜੀਅਸ ਥਿੰਗ, ਇਟ ਇਜ਼ ਜਸਟ ਅ ਗੈਟ ਟੂਗੈਦਰ ਕਿ ਆਪਸ ਵਿੱਚ ਫੈਮਿਲੀ ਨਹੀਂ। ਮੁਹੰਮਦ ਜੀ, ਗੈਟ ਟੂਗੈਦਰ ਦੀ ਕੋਈ ਗੱਲ ਨਹੀਂ ਹੈ, ਗੱਲ ਇਹ ਹੈ ਕਿ ਜਿਹੜਾ ਅਸੀਂ ਗਿਫਟ ਦਿੰਦੇ ਹਾਂ ਉਹਦੀ ਗੱਲ ਕਰੋ। ਜਿਹੜੀ ਗਿਫਟ ਦਿੰਦੇ ਆ ਉਹਦੇ ਬਾਰੇ ਗੱਲ ਕਰੋਗੇ ਵੀ ਗਿਫਟ ਜਿਹੜਾ ਉਹ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਜਾਂ ਉਹਦੀ ਕੀ ਮਹੱਤਤਾ ਹੈ, ਵਾਟਸ ਦੀ ਇੰਪੋਰਟੈਂਸ ਆਫ ਗਿਫਟਸ। ਆਵਾਜ਼ ਬਹੁਤ ਘੱਟ ਆ ਰਹੀ ਹੈ ਮੈਨੂੰ। ਜਿਹੜਾ ਗਿਫਟ ਆ ਅਸੀਂ ਕਿਸੇ ਨੂੰ ਤੋਹਫਾ ਦਿੰਦੇ ਆ ਉਹ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਜਾਂ ਕਿਹੋ ਜਿਹਾ ਕੀ ਵਿਚਾਰ ਤੁਹਾਡੇ ਬਾਰੇ? ਹੈਲੋ ਹੈਲੋ ਜੀ।
ਗਿਫਟ ਪੈਸੇ ਵੀ ਹੋ ਸਕਦੇ ਨੇ, ਮਨੀ ਵੀ ਹੋ ਸਕਦੀ, ਜਾਂ ਐਵੇਂ ਬੱਚਿਆਂ ਨੂੰ ਜਿਸ ਤਰ੍ਹਾਂ ਈਦੀ ਦਿੰਦੇ ਆ ਜਾਂ ਕੋਈ ਹੋਰ ਚੀਜ਼, ਕੋਈ ਸਵੀਟਸ ਵਗੈਰਾ, ਜਾਂ ਕੋਈ ਕਿਸੇ ਫਾਰਮ 'ਚ ਬੱਚਿਆਂ ਨੂੰ ਉਹਨਾਂ ਦੇ ਖਿਡੌਣੇ ਦੇ ਸਕਦੇ ਆ। ਤੇ ਗਿਫਟ ਦੀ ਕੋਈ ਵੈਲਿਊ ਨਹੀਂ ਹੁੰਦੀ, ਜਸਟ ਟੋਕਨ ਆਫ ਲਵ ਕਿ ਤੁਸੀਂ ਆਪਣੇ ਬੱਚਿਆਂ ਨਾਲ ਜਾਂ ਫੈਮਿਲੀ ਦੇ ਨਾਲ ਮਤਲਬ ਪਿਆਰ ਮੁਹੱਬਤ ਵਧਾਉਣ ਵਾਸਤੇ ਕਰਦੇ ਹੋ। ਠੀਕ ਆ, ਓਕੇ ਜੀ ਮੁਹੰਮਦ ਜੀ, ਬਹੁਤ ਬਹੁਤ ਥੈਂਕ ਯੂ। ਤੁਸੀਂ ਆਪਣਾ ਬਹੁਤ ਹੀ ਕੀਮਤੀ ਵਕਤ ਕੱਢ ਕੇ ਕੋਲ ਕੀਤੀ ਆ, ਥੈਂਕ ਯੂ। ਇਹ ਸੀ ਮੁਹੰਮਦ ਜੀ ਜਿਨ੍ਹਾਂ ਨੇ ਗਿਫਟ ਦੀ ਜਿਹੜੀ ਗੱਲ ਕੀਤੀ ਹੈ। ਉਹਨਾਂ ਨੇ ਐਕਚੁਅਲੀ ਕੋਸ਼ਿਸ਼ ਕੀਤੀ ਆ ਪੂਰੀ ਕ੍ਰਿਸਮਸ ਦੀ ਰਵਾਇਤ ਦੀ ਗੱਲ ਕਰਨ ਦੀ, ਕਿਉਂਕਿ ਉਹ ਐਡਾ ਵੱਡਾ ਸਬਜੈਕਟ ਆ, ਅਸੀਂ ਉਹਨੂੰ ਬਹੁਤ ਜ਼ਿਆਦਾ ਕਵਰ ਨਹੀਂ ਕਰ ਸਕਾਂਗੇ। ਦੂਸਰੀ ਗੱਲ ਇਹ ਵੀ ਹੈਗੀ ਆ ਕਿ ਹਰ ਧਰਮ ਦੀਆਂ ਕੁਛ ਆਪਣੀਆਂ ਰੋਹ ਰੀਤਾਂ ਹੁੰਦੀਆਂ, ਅਗਰ ਅਸੀਂ ਉਹ 'ਤੇ ਵਿਚਾਰ ਕਰਾਂਗੇ ਹੋ ਸਕਦਾ ਕਿਸੇ ਕ੍ਰਿਸਚਨ ਵੀਰ ਨੂੰ ਉਹ ਗੱਲ ਚੰਗੀ ਨਾ ਲੱਗੇ ਜਿਹੜੀ ਕੋਈ ਕਹਿ ਜਾਵੇ। ਸਾਨੂੰ ਉਸ ਪੱਖ ਤੋਂ ਵੀ ਥੋੜ੍ਹਾ ਜਿਹਾ ਗੁਰੇਜ਼ ਕਰਨਾ ਪੈਂਦਾ ਕਿ ਅਸੀਂ ਉਹ ਧਰਮ ਦੇ ਬਾਰੇ 'ਚ ਗੱਲ ਨਹੀਂ ਕਰਾਂਗੇ। ਹਰ ਇੱਕ ਧਰਮ ਵਾਲੇ ਨੂੰ ਆਪਣਾ ਧਰਮ ਚੰਗਾ ਲੱਗਦਾ, ਚਾਹੇ ਉਹਦੇ ਵਿੱਚ ਕੋਈ ਨੁਕਸ ਹੋਵੇ ਚਾਹੇ ਨਾ ਹੋਵੇ। ਆਪਾਂ ਗੱਲ ਕਰਦੇ ਹਾਂ ਜਿਹੜੀ ਅਸੀਂ ਰਵਾਇਤ ਅਡੋਪਟ ਕਰ ਲਈ ਆ ਉਹਦੀ ਮਹੱਤਤਾ ਕੀ ਆ, ਕਿਉਂਕਿ ਜਿਹੜੀ ਡਾਕਟਰ ਸਾਹਿਬ ਜਿਹੜੀ ਗਿਫਟ ਦੇਣ ਦੀ ਜਿਹੜੀ ਰਵਾਇਤ ਚੱਲੀ ਇਹ ਤਕਰੀਬਨ 1800 ਸਾਲ ਆਲਮੋਸਟ ਦੈਟ ਟਾਈਮ ਇਹ ਅਮਰੀਕਾ ਤੋਂ ਸ਼ੁਰੂ ਹੋਈ ਆ। ਇਹ ਤੋਂ ਪਹਿਲਾਂ ਵੀ ਕਿ ਜਿਹੜਾ ਹੈਗਾ ਜੇ ਆਪਾਂ ਲੈਂਡ ਜਿਹੜਾ ਪਹਿਲਾਂ ਚੱਲਦਾ ਸੀਗਾ, ਜੇ ਕ੍ਰਿਸਚੀਅਨਟੀ ਵੱਲ ਵੀ ਜਾਈਏ ਤਾਂ ਤਿੰਨ ਕਹਿੰਦੇ ਜਿਹੜੇ ਵਾਈਜ਼ਮੈਨ ਸੀਗੇ ਉਹ ਲੈ ਕੇ ਆਏ ਸੀ ਗਿਫਟ ਬਣਾ ਕੇ, ਯਾਨੀ ਕਿ ਦੇਰ ਦਿਸ ਹਿਸਟਰੀ। ਤੇ ਗੱਲ ਆਪਾਂ ਇਹ ਕਰਦੇ ਆ ਕਿ ਵੀ ਜਿਹੜਾ ਗਿਫਟ ਆ ਜਦੋਂ ਮੁਹੰਮਦ ਸਾਹਿਬ ਨੇ ਕਿਹਾ ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਪਰ ਮੈਂ ਸਮਝਦਾ ਕਿ ਤੁਸੀਂ ਕਿਹੜੇ ਮਨ ਨਾਲ ਦਿੰਦੇ ਉਹਦੀ ਵੈਲਿਊ ਹੈ। ਮੈਂ ਯਾਨੀ ਕਿ ਮੁਹੰਮਦ ਸਾਹਿਬ ਨਾਲ ਐਗਰੀ ਯਾਨੀ ਕਿ ਨਹੀਂ ਹੁੰਦਾ ਹੈਗਾ ਕਿ ਕੁਛ ਗੱਲਾਂ 'ਤੇ, ਯਾਨੀ ਕਿ ਮਤਲਬ ਇਹ ਹੈਗੀ ਆ ਮੈਨੂੰ ਪਤਾ ਹੈਗਾ ਜਦੋਂ ਕੁਛ ਯਾਨੀ ਕਿ ਮੇਰੇ ਦੋਸਤ ਯਾਨੀ ਕਿ ਤੁਸੀਂ ਕਹਿ ਲਓ ਇੰਡੀਆ ਤੋਂ ਕੋਈ ਬੰਦਾ ਆਉਂਦਾ ਹੈਗਾ ਤਾਂ ਮੇਰਾ ਮਨ ਹੁੰਦਾ ਲੈ ਵੀ ਇਹਨੂੰ ਯਾਰ ਕੋਈ ਚੀਜ਼ ਦੇਵਾਂ ਮੈਂ ਐਜ਼ ਅ ਟੋਕਨ ਆਫ ਲਵ, ਐਜ਼ ਅ ਟੋਕਨ ਆਫ ਰਿਸਪੈਕਟ। ਅਤੇ ਪਰ ਇਹ ਹੁੰਦੀ ਲੈ ਵੀ ਮੈਨੂੰ ਜਿਹੜੀ ਮੈਂ ਉਹਨੂੰ ਚੀਜ਼ ਕੁਛ ਦੇਵਾਂ ਲੈ ਵੀ ਉਹਦੇ ਉਹ ਕੰਮ ਆਵੇ। ਇਹ ਨਹੀਂ ਹੈ ਜਿੱਦਾਂ ਹੁਣ ਬਹੁਤ ਸਾਰੇ ਰਾਈਟਰਸ ਜਿਹੜੇ ਹੈ ਜਿਹਨਾਂ ਨੂੰ ਮੈਂ ਜਾਣਦਾ ਉਹ ਜਦੋਂ ਇੱਥੇ ਆਉਂਦੇ ਹੈਗੇ ਆ ਮੇਰਾ ਮਨ ਹੁੰਦਾ ਲੈ ਵੀ ਇਹਨੂੰ ਕੋਈ ਚੰਗਾ ਪੈਨ ਦੇਵਾਂ ਮੈਂ, ਕਿਉਂਕਿ ਉਹ ਲਿਖਦਾ ਹੈਗਾ ਉਹ ਮੈਨੂੰ ਯਾਦ ਰੱਖੂਗਾ। ਯਾਨੀ ਕਿ ਜਾਂ ਮੈਂ ਉਹਦੇ ਵਿੱਚ ਕਈ ਵਾਰੀ ਇਹ ਵੀ ਦੇਖਿਆ ਹੈਗਾ ਈਵਨ ਯਾਨੀ ਕਿ ਇੱਕ ਕਿਸੇ ਬੰਦੇ ਦਾ ਨਾਂ ਨਹੀਂ ਲੈਣਾ ਹੈਗਾ, ਉਹ ਯਾਨੀ ਕਿ ਬੰਦਾ ਇੱਥੇ ਆਇਆ ਜਿਹਦੇ ਕੋਲ ਉਹਦੇ ਕੋਲ ਬੈਗ ਸੀ ਇੱਦਾਂ ਆਪਣੇ ਲਟਕਾਇਆ ਇੱਥੇ ਮੋਢੇ 'ਤੇ, ਅਤੇ ਮੈਨੂੰ ਲੱਗਾ ਯਾਰ ਯਾਨੀ ਕਿ ਇਹ ਬੰਦਾ ਫਿਰਨ ਤੁਰਨ ਵਾਲਾ ਹੈਗਾ ਲੈ ਵੀ ਇਹ ਬੈਗ ਯਾਨੀ ਕਿ ਹੈ ਨਾ ਫਟਿਆ ਜਿਹਾ ਲੱਗਾ, ਮੈਂ ਉਹਨੂੰ ਬੈਗ ਦਿੱਤਾ, ਮੈਂ ਕਿਹਾ ਲੈ ਵੀ ਦਿਸ ਇਜ਼ ਵਾਟ ਯੂ ਨੀਡ। ਅਤੇ ਉਹ ਇੰਨਾ ਬੰਦਾ ਖੁਸ਼ ਹੋਇਆ ਉਹ ਯਾਨੀ ਕਿ ਵੈਲ ਨੋਨ ਹੈਗਾ, ਆਈ ਡੋਂਟ ਵਾਂਟ ਟੂ ਨੇਮ ਦ ਪਰਸਨ, ਪਰ ਮੇਰਾ ਮਤਲਬ ਕਹਿਣ ਦਾ ਇਹ ਹੈਗਾ ਲੈ ਵੀ ਉਹ ਬੰਦੇ ਨੇ ਯਾਨੀ ਕਿ ਬਾਕੀ ਯਾਰ ਕਹਿੰਦਾ ਤੂੰ ਯਾਰ ਕਿੱਦਾਂ ਜੱਜ ਕਰ ਲਿਆ, ਮੈਂ ਕਿਹਾ ਲੈ ਮੇਰੀ ਅੱਖਾਂ 'ਚ ਕੰਮ ਕਰਦੀਆਂ। ਸੋ ਮੇਰਾ ਮਤਲਬ ਯਾਨੀ ਕਿ ਇਹ ਗੱਲ ਕਹਿਣ ਦਾ ਮਕਸਦ ਸਿਰਫ ਮੇਰਾ ਇਹ ਹੈਗਾ ਤੁਸੀਂ ਯਾਨੀ ਕਿ ਜਾਂ ਤਾਂ ਜਿਹੜੀ ਤੁਸੀਂ ਚੀਜ਼ ਉਹਨੂੰ ਦੇਣੀ ਹੈਗੀ ਆ ਉਹਦੇ ਪੁਆਇੰਟ ਆਫ ਵਿਊ ਨਾਲ ਦੇਖਣ ਦੀ ਕੋਸ਼ਿਸ਼ ਕਰੋ ਲੈ ਵੀ ਉਹਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਜੇ ਫਾਰ ਐਗਜ਼ਾਮਪਲ ਕਿਸੇ ਬੱਚੇ ਨੂੰ ਫਾਰ ਐਗਜ਼ਾਮਪਲ ਹੁਣ ਤਾਂ ਚਲੋ ਘੜੀਆਂ ਦਾ ਵੀ ਰਿਵਾਜ ਹਟ ਗਿਆ ਵੀ ਜੇ ਕਿਸੇ ਨੂੰ ਘੜੀ ਚਾਹੀਦੀ ਸੀ, ਮੈਨੂੰ ਚੇਤਾ ਹੈਗਾ ਜਦੋਂ ਮੈਂ ਕਾਲਜ ਵਿੱਚ ਪੜ੍ਹਨ ਲੱਗਾ ਹੈਗਾ ਉਦੋਂ ਯਾਨੀ ਕਿ ਬੜੇ ਘੱਟ ਲੋਕਾਂ ਤੋਂ ਘੜੀਆਂ ਹੁੰਦੀਆਂ ਸੀਗੀਆਂ, ਅਤੇ ਜਦੋਂ ਮੈਨੂੰ ਯਾਨੀ ਕਿ ਘੜੀ ਮਿਲੀ ਹੈਗੀ ਉਹ ਮੇਰਾ ਖਿਆਲ ਸੀ ਵੀ ਅਜੇ 100 ਰੁਪਏ ਦੀ ਸੀ, ਸ਼ਾਇਦ 100-125 ਦੀ ਹੋਊਗੀ, ਅਤੇ ਆਈ ਵਾਜ਼ ਯਾਨੀ ਕਿ ਔਨ ਦ ਮੂਨ ਇਨ ਏ ਸੈਂਸ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਹੈ, ਕਿਉਂਕਿ ਮੈਨੂੰ ਉਹਦੀ ਜ਼ਰੂਰਤ ਸੀਗੀ ਵੀ ਮੈਂ ਪੜ੍ਹਨ ਜਾਣਾ ਹੈਗਾ, ਟਾਈਮ ਦਾ ਪਤਾ ਲੱਗਦਾ ਰਹੇ, ਫਿਰ ਤੁਸੀਂ ਯਾਨੀ ਕਿਸੇ ਨੂੰ ਮਿਲਣਾ ਹੈਗਾ ਟਾਈਮ ਦਾ ਪਤਾ ਲੱਗਦਾ ਰਹੇ, ਯਾਨੀ ਕਿ ਜਾਂ ਸਾਈਕਲ ਦੀ ਮਨਜ਼ੂਰ ਸੀਗੀ। ਮੇਰਾ ਮਤਲਬ ਇਹੋ ਜਿਹੀ ਯਾਨੀ ਕਿ ਚੀਜ਼ ਜਿਹੜੀ ਹੈਗੀ ਹੈ ਗਿਫਟ ਦੇਣਾ ਉਹ ਫੁੱਲਫਿਲ ਕਰਨੀ ਚਾਹੀਦੀ ਉਸ ਬੰਦੇ ਦੀ ਨੀਡ ਯਾਨੀ ਕਿ ਜਿਹਨੂੰ ਤੁਸੀਂ ਇਹ ਚੀਜ਼ ਦੇ ਰਹੇ ਹੈਗੇ ਆ। ਅਤੇ ਜੇ ਯਾਨੀ ਕਿ ਇਹ ਹੈਗਾ ਐਜ਼ ਏ ਰਿਵਾਜ ਹੀ ਤੁਸੀਂ ਵੱਧੋਗਿਰੀ ਯਾਨੀ ਕਿ ਵਾਲੀ ਜਿਹੜੀ ਗੱਲ ਹੈਗੀ ਆ ਉਹ ਗਲਤ ਗੱਲ ਹੈ। ਹੁਣ ਕ੍ਰਿਸਮਸ 'ਤੇ ਆਪਾਂ ਚਾਹੇ ਕ੍ਰਿਸਚਨਸ ਨਹੀਂ ਹੈਗੇ, ਕ੍ਰਿਸਚਨ ਧਰਮ ਨੂੰ ਨਹੀਂ ਮੰਨਦੇ ਹੈਗੇ, ਯਾਨੀ ਕਿ ਆਪਣੇ ਬੱਚੇ ਸਾਨੂੰ ਗਿਫਟ ਦਿੰਦੇ ਹੈਗੇ ਆ, ਅਤੇ ਉਹ ਬੱਚੇ ਯਾਨੀ ਕਿ ਜਿਹੜਾ ਹੈਗਾ ਈਵਨ ਮੇਰੇ ਬੱਚੇ ਵੀ ਜਾਂ ਤੁਹਾਡੇ ਬੱਚੇ ਵੀ ਜਾਂ ਆਪਣੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਦੇ ਬੱਚੇ ਵੀ ਉਹ ਇਹ ਕੋਸ਼ਿਸ਼ ਕਰਦੇ, ਮਤਲਬ ਸਾਡੇ ਜਿਹੜੇ ਇੱਥੇ ਦੇ ਬੱਚੇ ਹੈਗੇ ਆ ਦੇ ਆਰ ਵੈਰੀ ਵੈਰੀ ਇੰਟੈਲੀਜੈਂਟ, ਯਾਨੀ ਕਿ ਉਹ ਇਹ ਕੋਸ਼ਿਸ਼ ਕਰਦੇ ਆ ਵੀ ਮੇਰੇ ਮੰਮੀ ਡੈਡੀ ਨੂੰ ਯਾਨੀ ਕਿ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ, ਉਹ ਯਾਨੀ ਕਿ ਤੁਹਾਡੀ ਉਸ ਚੀਜ਼ ਦਾ ਖਿਆਲ ਕਰਕੇ ਫਿਰ ਤੁਹਾਨੂੰ ਗਿਫਟ ਈਵਨ ਇੱਥੋਂ ਤੱਕ ਵੀ ਜਿਹੜੀ ਕਿ ਬੜੀ ਸੈਂਸੀਬਲ ਗੱਲ ਹੈਗੀ ਆ ਉਹ ਤੁਹਾਨੂੰ ਪੁੱਛ ਵੀ ਲੈਂਦੇ ਹੈ ਵੀ ਤੁਹਾਨੂੰ ਯਾਨੀ ਕਿ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ, ਚਾਹੇ ਆਪਾਂ ਕਹਿ ਲਿਆ ਵੀ ਨਹੀਂ ਸਾਨੂੰ ਕੁਛ ਨਹੀਂ ਚਾਹੀਦਾ ਹੈਗਾ ਫਲਾਣੀ, ਹੁਣ ਉਹ ਨਹੀਂ ਉਹਨਾਂ ਨੂੰ ਕਹਿੰਦੇ ਨਹੀਂ ਤੁਹਾਨੂੰ ਦੇਣਾ ਹੈਗਾ ਜ਼ਰੂਰ ਮੈਂ ਵੀ ਯਾਨੀ ਕਿ ਮੈਂ ਇਹ ਦੇਣਾ ਹੈਗਾ, ਅਤੇ ਉਸ ਟਾਈਮ 'ਤੇ ਦੇ ਰੀਅਲਾਈਜ਼ ਵੀ ਹਾਂ ਇਹਨੂੰ ਸ਼ੂਜ਼ ਦੀ ਜ਼ਰੂਰਤ ਹੈਗੀ ਆ ਫਾਰ ਐਗਜ਼ਾਮਪਲ, ਯਾਨੀ ਕਿ ਜਾਂ ਕੋਈ ਗਰਮ ਜੈਕਟ ਦੀ ਜ਼ਰੂਰਤ ਹੈਗੀ ਆ ਵੀ ਜਿਹੜਾ ਜਿੱਦਾਂ ਬੜੀਆਂ ਠੰਡ ਯਾਨੀ ਕਿ ਆ ਰਹੀ ਹੈਗੀ ਆ, ਜਾਂ ਗਰਮ ਟੋਪੀ ਦੀ ਯਾਨੀ ਕਿ ਜਾਂ ਜਿਹੜਾ ਹੈ ਗਲੂਬੰਦ ਵਗੈਰਾ ਜਾਂ ਕੁਛ ਵੀ, ਜਾਂ ਗਲਵਜ਼ ਦੀ ਯਾਨੀ ਕਿ ਜ਼ਰੂਰਤ ਹੈ, ਯਾਨੀ ਕਿ ਜਰਾਬਾਂ ਕਰਨ ਦੀ ਜ਼ਰੂਰਤ ਹੈ। ਮੇਰਾ ਮਤਲਬ ਕਹਿਣ ਦਾ ਉਹਨਾਂ ਨੂੰ ਪਤਾ ਹੈ ਲੈ ਵੀ ਮੇਰੇ ਮੰਮੀ ਡੈਡੀ ਕੋਲ ਬਹੁਤ ਕੁਛ ਹੈਗਾ, ਪਰ ਫਿਰ ਵੀ ਐਜ਼ ਅ ਟੋਕਨ ਆਫ ਲਵ ਦੇ ਵਾਂਟ ਟੂ ਗਿਵ ਯੂ ਸਮਥਿੰਗ, ਅਤੇ ਮੇਰਾ ਖਿਆਲ ਤੁਸੀਂ ਆਪ ਵੀ ਐਪਰੀਸ਼ੀਏਟ ਕਰਦੇ ਹੈਗੇ ਆ। ਅਤੇ ਜਦੋਂ ਤੁਸੀਂ ਇਹ ਕਹਿਣ ਲੈ ਵੀ ਅੱਛਾ ਤੈਨੂੰ ਮੈਂ ਕੀ ਦੇਵਾਂ, ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ,
ਤੇ ਉਦੋਂ ਜਿਹੜਾ ਹੈਗਾ ਹੁਣ ਜਾਣੀ ਕਿ ਜਿਹੜਾ ਅੱਜ ਕੱਲ੍ਹ ਬਹੁਤੇ ਰਿਵਾਜ ਜਿਹੜਾ ਕਿ ਮੈਂ ਵੀ ਇਹ ਕੀਤਾ ਹੈ ਕਰਦਾ ਹੈਗਾ ਵੀ ਤੁਸੀਂ ਪੈਸੇ ਦੇ ਦਿਓ, ਤੁਸੀਂ 100 ਪਾਉਂਡ ਦੇਣਾ ਹੈਗਾ ਜਾਂ 200 ਪਾਉਂਡ ਦੇਣਾ ਹੈਗਾ, ਜਿੰਨੇ ਵੀ ਜਾਣੀ ਕਿ ਤੁਸੀਂ ਆਪਣੇ ਬੱਚੇ ਨੂੰ ਦੇਣਾ ਚਾਹੁੰਦੇ ਹੈਗੇ ਆ, ਤੁਸੀਂ ਉਹਨੇ ਦੇ ਲਈ ਵੀ ਆਹ ਤੇਰਾ ਕ੍ਰਿਸਮਸ ਦਾ ਗਿਫਟ ਹੈਗਾ ਵੀ ਤੂੰ ਜੋ ਜਾਣੀ ਕਿ ਤੈਨੂੰ ਚਾਹੀਦਾ ਹੈਗਾ ਤੂੰ ਇੱਥੋਂ ਯੂ ਕੈਨ ਬਾਈ ਦੈਟ। ਜਦੋਂ ਡਾਕਟਰ ਸਾਹਿਬ ਕ੍ਰਿਸਮਸ ਦਾ ਦੌਰ ਆਉਂਦਾ ਦਸੰਬਰ ਜਿਉਂ ਚੜ੍ਹ ਪੈਂਦਾ, ਜਿਹੜੇ ਬੱਚੇ ਆ ਜਿਹੜੇ ਤਾਂ ਬੱਚੇ ਸੋਚ ਸਕਦੇ ਆ ਉਹ ਤਾਂ ਤੁਹਾਨੂੰ ਇਹ ਕਹਿ ਦਿੰਦੇ ਆ ਕਿ ਵੀ ਨਹੀਂ ਚਾਹੀਦਾ, ਜਾਂ ਵੀ ਜੇ ਤੁਸੀਂ ਲੈਣਾ ਮੈਨੂੰ ਆਹ ਚੀਜ਼ ਲੈ ਦਿਓ, ਜਾਂ ਤੁਸੀਂ ਕਹਿ ਦਿੰਦੇ ਆ ਵੀ ਜੇ ਮੈਨੂੰ ਚਾਹੀਦਾ ਮੈਨੂੰ ਟਾਈ 2 ਲੈ ਦਿਓ। ਪਰ ਉਹ ਜਿਹੜੇ ਬੱਚੇ ਇਸ ਉਮਰ ਦੇ ਨਹੀਂ ਮਾਣ ਬਣਦੇ, ਪਰ ਉਹ ਐਕਸਪੈਕਟ ਕਰਦੇ ਆ ਮੇਰੇ ਡੈਡੀ ਨੂੰ ਲੈ ਕੇ ਦੇਣਾ। ਤੇ ਉਹ ਜਦੋਂ ਤੁਸੀਂ ਉਹਨੂੰ ਚੀਜ਼ ਲੈ ਕੇ ਦੇਣਾ, ਬੇਸ਼ੱਕ ਉਹਦੀ ਵੈਲਿਊ ਤਾਂ ਡਾਕਟਰ ਸਾਹਿਬ ਕਿਹਾ ਸੀ ਆਪਣੇ ਮੁਹੰਮਦ ਸਾਹਿਬ ਨੇ, ਉੱਥੇ ਉਹ ਗੱਲ ਰੈਲੀਵੈਂਟ ਲੱਗਦੀ ਮੈਨੂੰ ਵੀ ਜਦੋਂ ਤੁਸੀਂ ਕਿਸੇ ਬੱਚੇ ਨੂੰ ਕੋਈ ਚੀਜ਼ ਦਿੰਦੇ ਆ, ਭਾਵੇਂ ਉਹ ਬਹੁਤ ਛੋਟੀ ਹੋਵੇ ਲੇਕਿਨ ਉਹਦੇ ਮਨਪਸੰਦ ਦੀ ਹੋਵੇ ਤਾਂ ਉਹ ਬੜਾ ਖੁਸ਼ ਹੁੰਦਾ। ਨਾਲੇ ਇਸ ਤੋਂ ਬਿਨਾਂ ਉਹਦੇ ਮਨ 'ਚ ਫਿਰ ਉਹ ਰਹਿੰਦਾ ਰਹੇ ਮੈਨੂੰ ਫਲਾਣੇ ਮੇਰੇ ਗ੍ਰੈਂਡ ਡੈਡ ਨੇ ਯਾਨੀ ਕਿ ਜਾਂ ਮੇਰੇ ਮੰਮੀ ਨੇ ਜਾਂ ਮੇਰੇ ਅੰਕਲ ਨੇ ਯਾਨੀ ਕਿ ਆਹ ਚੀਜ਼ ਮੈਨੂੰ ਦਿੱਤੀ ਸੀਗੀ। ਅੱਛਾ, ਗਿਫਟ ਦੇ ਬਾਰੇ 'ਚ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਇਸ ਗੱਲ ਨੂੰ ਆਪਾਂ ਵਿਆਹ ਸ਼ਾਦੀ 'ਤੇ ਵੀ ਲਾ ਸਕਦੇ ਹਾਂ ਔਰ ਕਿਸੇ ਵਕਤ ਵੀ ਗਿਫਟ ਦੇ ਲਾ ਸਕਦੇ ਜਾਂ ਕਿਸੇ ਬਰਥਡੇ ਮਨਾ ਉਹ ਇਹ ਆ ਕਿ ਵੀ ਜਦੋਂ ਕੋਈ ਸਪੈਸ਼ਲ ਦਿਨ ਆਉਂਦਾ ਕੋਲ ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ ਸਰ? ਹੈਲੋ, ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ। ਮਾਨ ਸਾਹਿਬ ਸੁਣਾਓ ਕੀ ਹਾਲ ਚਾਲ? ਠੀਕ ਠਾਕ ਹੈ ਜੀ। ਹਾਂਜੀ ਹਾਂਜੀ। ਜਿਹੜਾ ਤੁਸੀਂ ਮੁੱਦਾ ਲੈ ਕੇ ਨਾ ਫੈਸਟੀਵਲ ਜਿੰਨੇ ਵੀ ਆ ਗਿਫਟ ਲੈਣਾ ਚਾਹੀਦਾ ਜਾਂ ਦੇਣਾ ਚਾਹੀਦਾ, ਜਿਹੜੇ ਦੇਖੋ ਇਹ ਜਿਹੜੇ ਗਿਫਟ ਹੈਗੇ ਆ ਇਹ ਤਾਂ ਬੱਚਿਆਂ ਲਈ ਚਲੋ ਦੇ ਦਿਓ, ਤੇ ਲੇਕਿਨ ਜਿਹੜੇ ਵੱਡਿਆਂ ਨੂੰ ਦੇਣੇ ਆ ਨਾ, ਉਹ ਤਾਂ ਇੱਕ ਕਿਸਮ ਦਾ ਇਹਨਾਂ ਨੇ ਰਸਮ ਰਿਵਾਜ ਬਣਾਇਆ। ਜਿਹੜੇ ਵਪਾਰੀ ਲੋਕ ਆ ਨਾ ਉਹਨਾਂ ਨੇ ਇਹ ਚੀਜ਼ ਬਣਾਈ ਹੈ ਕਿ ਸਾਡਾ ਜਿਹੜਾ ਵਪਾਰ ਚੱਲਦਾ ਰਹੇ, ਕਿਉਂਕਿ ਉੱਦਾਂ ਤੁਸੀਂ ਰਹਿਬਰਾਂ ਦੀ ਜਿੰਨੇ ਵੀ ਕ੍ਰਿਸਚਨਤੀ ਦੇ ਵਿੱਚ ਜੀਸਸ ਕ੍ਰਾਈਸਟ ਜੀ ਹੋਏ ਆ, ਉਹਨਾਂ ਨੇ ਜੋ ਕੁਝ ਹਿਊਮੈਨਿਟੀ ਲਈ ਕੀਤਾ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਨੀ, ਉਹਦੇ ਫੋਲੋ ਨਹੀਂ ਬਣਨਾ ਤੁਸੀਂ, ਤਾਂ ਗਿਫਟ ਦੇ ਕੇ ਖਾਣਾ ਪੀਣਾ ਇਹੀ ਸਿਰਫ ਇੱਕ ਬਿਜ਼ਨਸ ਬਣ ਗਿਆ ਹੈਗਾ। ਪਰ ਇਹ ਮਾਨ ਸਾਹਿਬ ਜਾਣੀ ਕਿ ਇਹ ਜਿਹੜੀ ਗੱਲ ਹੈਗੀ ਇਹ ਤਾਂ ਬਾਕੀ ਧਰਮਾਂ ਤੇ ਵੀ ਲਾਗੂ ਹੁੰਦੀ ਆ। ਉਹਨਾਂ ਵੀ ਇੱਕੋ ਹੀ ਗੱਲ ਮੈਂ ਕਹਿ ਰਿਹਾ ਵੀ ਜਿਹੜੀ ਉਹ ਗੱਲ ਕਹਿ ਗਏ ਸਾਨੂੰ ਅਸੀਂ ਉਸ ਤੇ ਪਹਿਰਾ ਨਹੀਂ ਦੇਣਾ, ਨਹੀਂ ਦਿੰਦੇ, ਤਾਂ ਖਾਣ ਪੀਣ ਦੇ ਪਿੱਛੇ ਲੱਗੇ ਰਹਿਣਾ। ਹਾਂਜੀ ਹਾਂਜੀ ਹਾਂ, ਤਾਂ ਇਹ ਜਿਹੜੀ ਚੀਜ਼ ਹੈਗੀ ਆ ਇਹ ਤਾਂ ਇੱਕ ਕਿਸਮ ਦਾ ਜਿਹੜੇ ਬਿਜ਼ਨਸ ਮਾਈਂਡ ਪੀਪਲ ਆ ਇਹ ਉਹਨਾਂ ਦੇ ਚਲਾਏ ਹੋਏ ਇਹ ਸਾਰੇ ਕਾਰੇ ਹੈਗੇ ਆ। ਕਿਉਂਕਿ ਜਿਹੜਾ ਮੇਰੇ ਵਰਗਾ ਗਰੀਬ ਉਹਨੇ ਤਾਂ ਗਰੀਬ ਹੋ ਜਾਣਾ, ਕਰਜ਼ਾ ਲੈ ਕੇ ਵੀ ਗਿਫਟ ਦੇਣਾ ਕਿਸੇ ਨੂੰ, ਤੇ ਲੇਕਿਨ ਜਿਹੜੇ ਹੈਗੇ ਆ ਵਪਾਰੀ ਲੋਕ ਉਹਨਾਂ ਨੇ ਅਮੀਰ ਹੋ ਜਾਣਾ। ਵਪਾਰੀ ਲੋਕ ਕਦੇ ਕਿਸੇ ਨੂੰ ਗਿਫਟ ਨਹੀਂ ਦਿੰਦੇ, ਮੈਂ ਤੁਹਾਨੂੰ ਇੱਕ ਦੱਸਦਾ। ਉਹਨਾਂ ਨੇ ਤੁਸੀਂ ਦੇਖ ਲਿਓ ਕੋਈ ਵੀ ਆਪਣੇ ਇੰਡੀਆ 'ਚ ਜਾਂ ਭਾਰਤ ਵਿੱਚ ਕਿਤੇ ਨਾ ਫੈਸਟੀਵਲ ਆਉਂਦਾ ਆ, ਉਹ ਕੋਈ ਵੀ ਦੁਕਾਨ ਬੰਦ ਕਰਕੇ ਆਪਣਾ ਫੈਸਟੀਵਲ ਨਹੀਂ ਮਨਾਉਂਦਾ। ਉਹ ਜਿਹੜੇ ਵਿਚਾਰੇ ਦਿਹਾੜੀਦਾਰ ਹੁੰਦੇ ਹੈ ਜਿਨ੍ਹਾਂ ਨੇ 200 ਰੁਪਈਆ ਜਾਂ 300 ਰੁਪਈਆ ਦਿਹਾੜੀ ਦਾ ਲੈਣਾ, ਉਹਨਾਂ ਨੇ ਉਹ ਕੰਮ ਤੇ ਨਹੀਂ ਜਾਣਾ, ਉਹਨਾਂ ਨੇ ਗਿਫਟ ਲੈਣੇ ਜਾਂ ਉਹਨਾਂ ਨੇ ਲੈ ਕੇ ਜਾਂ ਦਾਰੂ ਜਾਂ ਹੋਰ ਚੀਜ਼ ਉਹ ਫਿਰ ਆਪਣੇ ਮੱਗੇ ਮਾਰਨੇ ਹੈਗੇ ਆ। ਇਹ ਜਿਹੜੀ ਚੀਜ਼ ਹੈ ਨਾ ਇਹ ਤਾਂ ਸਿਰਫ ਵਪਾਰੀਆਂ ਲਈ ਆ। ਜਿਹੜਾ ਆਮ ਆਦਮੀ ਆ ਨਾ ਤਾਂ ਉਹ ਗਿਫਟ ਲੈਣਾ ਚਾਹੀਦਾ ਤੇ ਨਾ ਦੇਣਾ ਚਾਹੀਦਾ। ਬੱਚਿਆਂ ਲਈ ਸਿਰਫ ਉਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੂੰ 100 ਜਾਂ 50 ਜਿੰਨੇ ਵੀ ਦੇਣੇ ਆ ਉਹ ਆਪਣੇ ਮਨ ਮਰਜ਼ੀ ਦੀ ਕੋਈ ਵੀ ਚੀਜ਼ ਲੈ ਸਕਦਾ। ਤੇ ਇਹ ਜਿਹੜੀ ਚੀਜ਼ ਹੈ ਆਪਣੇ ਮਾਨ ਸਾਹਿਬ, ਹਾਂਜੀ ਮਾਨ ਸਾਹਿਬ ਜੀ, ਅਸੀਂ ਦੋ ਤੁਹਾਡੇ ਭਰਾ ਆ, ਕੀ ਖਿਆਲ ਆ? ਹਾਂਜੀ, ਤੁਸੀਂ ਦੋਏ ਹਾਂਜੀ ਮੇਰੇ ਤੋਂ ਵੱਡੇ ਵੀ ਹੋ ਸਕਦੇ ਛੋਟੇ ਵੀ ਹੋਏਗਾ, ਤੇ ਲੇਕਿਨ ਤੁਸੀਂ ਮੈਨੂੰ ਕੀ ਗਿਫਟ ਦੋਗੇ? ਨਾ ਤੁਸੀਂ ਇਸ ਵੱਡੇ ਛੋਟੇ ਨੂੰ ਦੱਸੋ, ਅਸੀਂ ਤਾਂ ਇਹ ਐਕਸਪੈਕਟ ਲੈ ਤੁਸੀਂ ਸਾਨੂੰ ਕੀ ਗਿਫਟ ਦੇਣਾ। ਦੇਖੋ ਮੇਰੀ ਤਾਂ ਉਹ ਗੱਲ ਹੈ ਨਾ, ਉਹ ਪਹਾੜੀਆਂ ਦੇ ਤੁਸੀਂ ਚਲੇ ਜਾਓ ਨਾ, ਉਹ ਕਹਿੰਦੇ ਹੁੰਦੇ ਆ ਜੇ ਆਂਗੜੇ ਤਾਂ ਤਿਆ ਕਿਆ ਲਿਆਂਗੜੇ, ਜੇ ਤੁਸੀਂ ਆਂਗੜੇ ਤਾਂ ਕਿਆ ਦੇਂਗੜੇ, ਜੇ ਅਸੀਂ ਆਂਗੜੇ ਤਾਂ ਕਿਆ ਲਿਆਂਗੜੇ। ਤੇ ਉਹਨਾਂ ਦੀ ਗੱਲ ਕਹਿੰਦੇ ਹੁੰਦੇ ਨਾ ਜਿੱਦਾਂ ਤੁਸੀਂ ਆਉਂਗੇ ਤਾਂ ਕਿਆ ਲਿਆਉਂਗੇ, ਜੇ ਅਸੀਂ ਜਾਵਾਂਗੇ ਤਾਂ ਕੀ ਦਊਂਗੇ। ਠੀਕ ਆ, ਆਪਣੇ ਕੋਲੋਂ ਕੁਝ ਨਹੀਂ ਦੇਣਾ। ਤੇ ਉਹ ਗੱਲ ਹੈ ਜਿਹੜੇ ਵਪਾਰੀ ਲੋਕ ਹੈ ਇਹ ਸਿਰਫ ਸਾਡੇ ਲੋਕਾਂ ਨੂੰ ਮਤਲਬ ਕਹਿਣ ਦਾ ਮਤਲਬ ਕਹਿਣਾ ਨਹੀਂ ਚਾਹੀਦਾ, ਬੇਵਕੂਫ ਬਣਾ ਕੇ ਉਹ ਲੁੱਟਣ ਵਾਲਾ ਕੰਮ ਇਹਨਾਂ ਦਾ ਚੱਲਿਆ ਆ। ਨਹੀਂ ਪਰ ਮਾਨ ਸਾਹਿਬ ਯਾਨੀ ਕਿ ਸੌਰੀ ਯਾਨੀ ਕਿ ਮੈਂ ਸਮਝ ਲਿਆ ਜਿੱਦਾਂ ਮੈਂ ਇੱਕ ਹੋਰ ਯਾਨੀ ਕਿ ਜਿਹੜੀ ਗੱਲ ਕਰਦਾ ਹੈਗਾ ਆਮ ਤੁਹਾਨੂੰ ਵੀ ਪਤਾ ਹੈਗਾ ਉਹ ਮੈਂ ਕਿਤਾਬਾਂ ਯਾਨੀ ਕਿ ਗਿਫਟ ਦਿੰਦਾ ਹੈਗਾ। ਹਾਂਜੀ ਹਾਂਜੀ।
ਤੇ ਮੈਂ ਸਮਝਦਾ ਵੀ ਇਹ ਵੀ ਇੱਕ ਰਿਵਾਜ ਹੈਗਾ। ਇਹ ਜਿਹੜੀ ਚੀਜ਼ ਹੈ ਨਾ, ਕਿਤਾਬ ਜਿੱਦਾਂ ਕੋਈ ਵੀ ਅੱਛੀ ਚੀਜ਼, ਕਿਤਾਬ ਤੁਹਾਡੀਆਂ ਕਿਤਾਬਾਂ ਤੁਸੀਂ ਅਗਰ ਗਿਫਟ ਮੈਨੂੰ ਦੇ ਦਿਓ ਉਹ ਸਿਰ ਮੱਥੇ ਤੇ, ਉਹ ਮੈਂ ਤੁਹਾਡਾ ਸਤਿਕਾਰ ਕਰਾਂਗਾ ਕਿ ਤੁਸੀਂ ਆਪਣੀ ਸੋਚ ਮੈਨੂੰ ਦਿੱਤੀ ਹੈਗੀ ਆ। ਤੇ ਕੋਈ ਵੀ ਅੱਛੀ ਕਿਤਾਬ ਕਿਸੇ ਵੀ ਰਹਿਬਰਾਂ ਦੀ, ਬਾਬਾ ਸਾਹਿਬ ਦੀ ਹੋਈ, ਕੋਈ ਵੀ ਅੱਛੀ ਕਿਤਾਬ ਜਿਹੜੀ ਜਿਹਦੇ ਵਿੱਚ ਆਦਮੀ ਨੂੰ ਇਨਸਾਨ ਦੇ ਬਾਰੇ 'ਚ ਕੋਈ ਲਿਖਿਆ ਹੋਵੇ, ਉਹ ਅੱਛੀ ਚੀਜ਼ ਦੇਣੀ ਚਾਹੀਦੀ ਹੈਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਜੇ ਤੁਸੀਂ ਕਿਸੇ ਬੰਦੇ ਨੂੰ ਆਪਣੀ ਸ਼ਰਟ ਦੇ ਦਿਓ, ਉਹਦੇ ਕੋਲ ਅੱਗੇ 15 ਸ਼ਰਟਾਂ ਪਈਆਂ ਹੈਗੀਆਂ, ਤੇ ਉਹਨੇ ਕੀ ਕਰਨੀ ਆ? ਤੇ ਇਹ ਗੱਲ ਚੀਜ਼ ਹੈ ਕਿ ਜਿਹੜੀ ਕਿਤਾਬਾਂ ਆ, ਇਹ ਲਿਟਰੇਚਰ ਜਿਹੜਾ ਹੈ ਵੰਡਣਾ, ਇਹ ਸਭ ਤੋਂ ਨੇਕੀ ਦਾ ਕੰਮ ਆ। ਹਾਂਜੀ, ਮੈਂ ਤਾਂ ਇਹ ਕਹੂੰਗਾ ਗਿਫਟ ਲਓ ਤੇ ਇਦਾਂ ਦੇ ਗਿਫਟ ਲਿਓ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਮਾਨ ਸਾਹਿਬ। ਜੈ ਭੀਮ, ਜੈ ਭਾਰਤ ਜੀ। ਜੈ ਭੀਮ, ਜੈ ਭਾਰਤ। ਡਾਕਟਰ ਸਾਹਿਬ ਗੱਲ ਕਰਦਾ ਸੀਗਾ ਕਿ ਵੀ ਜਿਹੜੀ ਗਿਫਟ ਆ ਉਹ ਆਪਾਂ ਪੁੱਛ ਲੈਂਦੇ ਹਾਂ ਵੀ ਕਿਹੜਾ ਚੀਜ਼ ਤੁਹਾਨੂੰ ਪਸੰਦ ਆ, ਜਾਂ ਸਾਨੂੰ ਉਹ ਪੁੱਛ ਲੈਂਦੇ ਆ। ਪਰ ਮੈਂ ਇਹ ਸੋਚਦਾ ਕਿ ਜਿਹੜਾ ਗਿਫਟ ਆ ਇਹ ਸਾਨੂੰ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ, ਜਿਹੜਾ ਆਪਾਂ ਕਹਿੰਦੇ ਮੈਨੂੰ ਦੇਣਾ ਪੈਣਾ। ਬਿਲਕੁਲ ਉਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ, ਕਿਉਂਕਿ ਇਹ ਇੱਥੇ ਆ ਕੇ ਕਾਫੀ ਜਿਹੜਾ ਪ੍ਰੋਬਲਮ ਪੈਂਦੀ ਆ। ਹੁਣ ਤੁਸੀਂ ਇਹ ਆਪਣਾ ਫਰਜ਼ ਪੂਰਾ ਕਰ ਲੈਂਦੇ ਆ। ਹਾਂਜੀ, ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ ਸਾਹਿਬ ਤੁਹਾਡਾ ਜੀ? ਹੈਲੋ ਜੀ, ਮੈਂ ਫਕੀਰ ਚੰਦ ਚੌਹਾਨ ਬੋਲ ਰਿਹਾ। ਚੌਹਾਨ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤਹਿ ਦਿਲ ਤੋਂ ਕੀ ਕਹਿਣਾ ਚਾਹੁੰਦੇ? ਦੇਖੋ, ਅੱਜ ਜਿਹੜਾ ਇਹ ਤੁਸੀਂ ਵਿਸ਼ਾ ਰੱਖਿਆ ਵੀ ਆਪਾਂ ਹੁਣ ਇੱਥੇ ਰਹਿੰਦੇ ਆ, ਵੀ ਜਿਹੜਾ ਮੁਲਕ ਆ, ਵੀ ਕ੍ਰਿਸਮਸ ਦਾ ਜਿਹੜਾ ਤਿਉਹਾਰ ਆ, ਇਹਦੀ ਬਹੁਤ ਚਰਚਾ ਹੁੰਦੀ ਆ। ਕਿਉਂਕਿ ਇੱਕ ਤਾਂ ਇਹ ਹੈਗੀ ਆ ਵੀ ਇਹਨਾਂ ਦਾ ਇੰਪਾਇਰ ਬਹੁਤ ਵੱਡਾ ਸੀ, ਜਿੱਥੇ ਜਿੱਥੇ ਵੀ ਗਏ ਫਿਰ ਇਹਨਾਂ ਦਾ ਪ੍ਰਭਾਵ ਵੀ ਪਿਆ। ਹੁਣ ਆਪਣੀ ਵੀ ਜਿਹੜੀ ਜ਼ਿਆਦਾ ਮਤਲਬ ਇਹਨਾਂ ਦਾ, ਕਿਉਂਕਿ ਇਹਨਾਂ ਦਾ ਉੱਥੇ ਰਾਜ ਹੋ ਗਿਆ ਔਰ ਕ੍ਰਿਸਚੀਅਨਟਾਂ ਦਾ ਉੱਥੇ ਵੀ ਪ੍ਰਭਾਵ ਪਿਆ। ਹੁਣ ਆਪਾਂ ਇੱਥੇ ਆਏ ਆ, ਪਰ ਬੜੀ ਤਾਂ ਗੱਲ ਆ ਵੀ ਜਿਹੜੀ ਲੋਕਾਂ ਨੇ ਕੋਈ ਵੀ ਹੁੰਦਾ ਉਹਦੇ ਬਾਰੇ ਜਾਣਕਾਰੀ ਨਹੀਂ ਹਾਸਲ ਕਰਦੇ, ਪਰ ਉਹ ਗਲਤ ਪਾਸੇ ਲੈ ਜਾਂਦੇ ਆ। ਹੁਣ ਜਿੱਥੇ ਤਾਂ ਗਿਫਟ ਦੀ ਗੱਲ ਆ ਵੀ ਚਲੋ ਵੀ ਕ੍ਰਿਸਮਸ ਆ ਗਿਆ, ਵੀ ਗਿਫਟ ਦੇਣਾ, ਵੀ ਉਹ ਗਿਫਟ ਜਿਹੜਾ ਆ ਉਹ ਇਕੱਲਾ ਕਾਰਡ ਵੀ ਹੋ ਸਕਦਾ, ਤੁਸੀਂ ਇਕੱਲਾ ਕਾਰਡ ਵੀ ਦੇ ਸਕਦੇ ਆ। ਇਹ ਥੋੜ੍ਹਾ ਵੀ ਤੁਸੀਂ ਬਈ ਵਿਸਕੀ ਦੀ ਬੋਤਲ ਦਿਓ। ਹੁਣ ਇੱਥੇ ਤਾਂ ਮੈਂ ਦੇਖਿਆ ਵੀ ਉਹ ਲੋਕਾਂ ਨੇ ਆਪਣਿਆਂ ਨੇ ਇੰਨੀ, ਮੈਂ ਇੱਥੇ ਇੰਡਸਟਰੀ 'ਚ ਕੰਮ ਕੀਤਾ ਵੀ ਕ੍ਰਿਸਮਸ ਤੇ ਉਹ ਲੋਕਾਂ ਨੂੰ ਇੰਨੇ ਜਾਣੀ ਫੋਰਮੈਨਾਂ ਨੂੰ ਨਾ ਉਹ ਜਾਣੀ ਉਹਨੇ ਗਜਾਤੇ। ਕਿਉਂਕਿ ਮੈਂ ਖੁਦ ਯੂਨੀਅਨ ਦਾ ਰਿਹਾ, ਤਾਂ ਉਹ ਯੂਨੀਅਨ ਨੂੰ ਵੀ ਉਹ ਕਰਪਟ ਕਰਦੇ ਆ। ਨਹੀਂ, ਫਿਰ ਉਹ ਕਹਿੰਦੇ ਹੁਣ ਲੈ ਸਾਨੂੰ ਓਵਰ ਟਾਈਮ ਮਿਲੇ। ਨਹੀਂ, ਮੈਂ ਤਾਂ ਤੁਹਾਨੂੰ ਦੱਸਦਾ ਵੀ ਮੇਰੇ ਨਾਲ ਖੁਦ ਵਾਪਰੀ ਆ। ਜਾਣੀ ਮੈਂ ਮਤਲਬ ਹੈਰਾਨ ਰਹਿ ਗਿਆ ਵੀ ਇੱਕ ਬੰਦਾ ਜਾਣੀ ਉਹਨੇ ਮੈਨੂੰ ਬੈਗ ਲਿਆਇਆ ਤਾਂ ਉਹਦੇ ਵਿੱਚ ਬਿਸਕੀ ਦੀ ਬੋਤਲ, ਤੇ ਮੈਂ ਉਹਨੂੰ ਕਿਹਾ ਵੀ ਭਾਈ ਸਾਹਿਬ ਵੀ ਇਹ ਤੂੰ ਕਿਉਂ ਲਿਆ? ਕਹਿੰਦਾ ਵੀ ਥੋੜਾ ਜਿਹਾ ਮੈਨੂੰ ਓਵਰ ਟਾਈਮ ਦਾ ਖਿਆਲ ਰੱਖਿਆ ਕਰੋ। ਉਹ ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਵੀ ਹੁਣ ਇਹਦਾ ਤਾਂ ਮਤਲਬ ਤੂੰ ਮੈਨੂੰ ਵੱਢੀ ਦਿੰਨਾ। ਉਹ ਏਦਾਂ ਸੀ ਵੀ ਜਿਹੜਾ ਓਵਰ ਟਾਈਮ ਹੈ ਉਹ ਸ਼ੇਅਰ ਕਰਨਾ ਪੈਂਦਾ। ਉਹ ਯੂਨੀਅਨ ਤੋਂ ਪੁੱਛਦੇ ਆ ਵੀ ਇਹ ਮਤਲਬ ਜਿੱਥੇ ਤਾਂ ਯੂਨੀਅਨ ਨਹੀਂ ਉੱਥੇ ਤਾਂ ਮਾਲਕ ਆਪਣੀ ਮਰਜ਼ੀ ਨੂੰ ਦਿੰਦੇ ਆ। ਪਰ ਉਹ ਫਿਰ ਮੈਂ ਉਹਨੂੰ ਕਿਹਾ ਵੀ ਭਾਈ ਸਾਹਿਬ ਵੀ ਦੇਖ ਇਹ ਤੈਨੂੰ ਤੇਰੀ ਆਦਤ ਗਲਤ ਹੈ। ਮੈਂ ਕਿਹਾ ਵੀ ਤੂੰ ਏਦਾਂ ਹੀ ਵਾਪਸ ਲੈ ਲਾ, ਇਦਾਂ ਦਾ ਕੰਮ ਨਾ ਮੁੜ ਕੇ ਕਰੀ। ਪਰ ਮਾਨ ਸਾਹਿਬ ਯਾਨੀ ਕਿ ਜਦੋਂ ਆਪਾਂ ਇੰਡੀਆ ਜਾਂਦੇ ਆ, ਚੌਹਾਨ ਸਾਹਿਬ ਜਦੋਂ ਆਪਾਂ ਇੰਡੀਆ ਜਾਂਦੇ ਆ ਉਸ ਟਾਈਮ ਤੇ ਆਪਾਂ ਅਟੈਚੀ ਭਰ ਕੇ ਲੈ ਕੇ ਜਾਂਦੇ ਗਿਫਟ ਲਈ, ਉਹਨਾਂ ਦੇ ਜਿਹੜੇ ਸਾਡੇ ਉੱਥੇ ਮਿੱਤਰ ਪਿਆਰੇ ਹੁੰਦੇ ਆ, ਰਿਸ਼ਤੇਦਾਰ ਹੁੰਦੇ ਆ, ਤੇ ਉਹ ਸਾਨੂੰ ਯਾਨੀ ਕਿ ਥੈਂਕ ਯੂ ਦਾ ਕੀ ਕਹਿਣਾ ਲੈ ਵੀ ਉਹ ਮੂੰਹ ਬੋਲਦੇ ਹੀ ਨਹੀਂ ਹੈ, ਫੇਰ ਵੀ ਨਹੀਂ ਖੁਸ਼ ਹੁੰਦੇ। ਉਹ ਦੇਖੋ ਪਹਿਲਾਂ ਤਾਂ ਬੜੀ ਗੱਲ ਆ ਵੀ ਜਦ ਤੁਸੀਂ ਕੋਈ ਰਵਾਇਤ ਸ਼ੁਰੂ ਕਰ ਦਿੰਦੇ ਆ, ਜਿਹੜੀ ਗਲਤ ਰਵਾਇਤ ਸ਼ੁਰੂ ਕਰ ਦਿੰਦੇ, ਫਿਰ ਉਹ ਬੰਦਾ ਉਦਾਂ ਹੀ ਚਾਹੁੰਦਾ। ਹਾਂ, ਐਕਸਪੈਕਟੇਸ਼ਨਸ ਹੈ। ਕਿਉਂਕਿ ਉਹ ਜਦ ਕੋਈ ਹੈ ਨਾ ਰਵਾਇਤ ਸ਼ੁਰੂ ਹੋ ਜਾਂਦੀ, ਉਹ ਫਿਰ ਦੇਖ ਜਦ ਮੈਂ ਉਹਨੂੰ ਕਿਹਾ ਤਾਂ ਫਿਰ ਉਹਨੂੰ ਤਾਂ ਲੱਗ ਗਿਆ ਪਤਾ। ਫਿਰ ਮੈਂ ਇੱਕ ਹੋਰ ਉੱਥੇ ਜਾਣੀ ਨੋਟਿਸ ਕੀਤੀ ਗੱਲ ਵੀ ਉਹ ਜਾਣੀ ਜਿਹੜੇ ਹੈ ਨਾ ਤੁਸੀਂ ਕੰਮ ਕਰਦੇ ਆ, ਉਹ ਕੰਮ ਲਿਖਾਉਣਾ ਪੈਂਦਾ ਵੀ ਤੁਸੀਂ ਵੀ ਇੰਨਾ ਕੰਮ ਕੀਤਾ। ਕਿਉਂਕਿ ਹੁਣ ਸਿਸਟਮ ਹੋ ਰਿਹਾ ਜਾਣੀ ਉਹਨੀ ਕਈ ਬੰਦਿਆਂ ਨੇ ਕੰਮ ਕਰਨਾ ਤਾਂ ਉੱਦਾਂ ਹੀ ਲਿਖਾ ਦੇਣਾ ਵੀ ਸਾਨੂੰ ਬੋਨਸ ਮਿਲ ਜਾਵੇ। ਤਾਂ ਉਹ ਫੋਰਮੈਨ ਨੂੰ ਖੁਸ਼ ਕਰਨ ਲਈ ਉਹਨੇ ਬਿਸਕੀ ਦੀ ਬੋਤਲ ਦੇਣੀ। ਉਹ ਕਈ ਫਿਰ ਫੜ ਵੀ ਹੋਏ ਜਾਣੇ। ਫਿਰ ਇੱਕ ਹੋਰ ਘਟਨਾ ਉਹ ਵੀ ਮੇਰੇ ਕੰਮ ਕਰਦੇ ਤੇ ਹੋਈ ਵੀ ਮੈਂ ਇੱਕ ਇੰਡਸਟਰੀ 'ਚ ਕੰਮ ਕਰਦਾ ਸੀ ਤਾਂ ਉੱਥੇ ਬਹੁਤ ਓਵਰ ਟਾਈਮ ਲੱਗਦਾ ਸੀ। ਉਹ ਮੇਰੇ ਨਾਲ ਜਿਹੜਾ ਬੰਦਾ ਕੰਮ ਕਰਦਾ ਸੀਗਾ, ਸਾਡਾ ਐਤਵਾਰ ਸਾਨੂੰ ਸੱਦਦੇ ਹੁੰਦੇ ਸੀ, ਬਹੁਤ ਬਿਜ਼ੀ ਸੀ ਉਹ। ਫਿਰ ਜਾਣੀ ਬਾਅਦ ਦੇ ਵਿੱਚ ਕੰਮ ਥੋੜਾ ਜਿਹਾ ਘਟਿਆ ਤਾਂ ਉਹ ਫੋਰਮੈਨ ਕਹਿੰਦਾ ਵੀ ਹੁਣ ਵਾਰੀ ਐਤਵਾਰ ਲੱਗਿਆ ਕਰਨਾ। ਤੇ ਮੈਂ ਕਿਹਾ ਵੀ ਕੋਈ ਨਹੀਂ। ਪਰ ਉਹ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ ਤਾਂ ਉਹਨੂੰ ਫੋਰਮੈਨ ਨੂੰ ਕਹਿੰਦਾ ਵੀ ਅਸੀਂ ਕਬਾਬ ਬਣਾਉਣੇ ਹੁੰਦੇ ਆ
ਵੀ ਤੈਨੂੰ ਐਦੀ ਕ੍ਰਿਸਮਸ ਤੇ ਮੈਂ ਕਬਾਬ ਲਿਆ ਕੇ ਦਊਂ। ਤਾਂ ਉਹ ਲਿਆ ਕੇ ਉਹਨੂੰ ਦਿੱਤੇ ਕਾਫੀ, ਤਾਂ ਉਹਦੀਆਂ ਬਹੁਤ ਸਿਫਤਾਂ ਕਰੇ ਵੀ ਤੂੰ ਤਾਂ ਵੀ ਬਹੁਤ ਵਧੀਆ ਹੈ, ਤਾਂ ਏਦਾਂ ਦੀ ਚੀਜ਼ ਤਾਂ ਮੈਂ ਵੀ ਲਾਗੇ ਹੀ ਬੈਠਾ ਸੀ। ਮੈਂ ਕਿਹਾ ਵੀ ਇਹ ਚੰਗੀ ਗੱਲ ਆ ਵੀ ਜੇ ਕੋਈ ਖਾਣਾ ਬਣਾਉਂਦਾ। ਉਹ ਬਾਅਦ ਦੇ ਵਿੱਚ ਜਾਨੀ ਉਹ ਮੇਰਾ ਸੰਡੇ ਜਾਨੀ ਉਹਨੂੰ ਮਿਸ ਕਰ ਦਿੱਤਾ, ਉਹ ਕਬਾਬ ਦਿੱਤੇ ਕਰਕੇ ਕ੍ਰਿਸਮਸ। ਅੱਛਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕੀ ਗੱਲ ਵੀ ਤੂੰ ਮੈਂ ਇਹ ਵੀ ਹੁਣ ਕਬਾਬ ਕਰਕੇ ਉਹਦਾ ਹੀ ਸੰਡਾ ਲਵਾਈ ਜਾਣਾ। ਤਾਂ ਉਹਨੂੰ ਫਿਰ ਲੱਗ ਗਿਆ ਪਤਾ ਵੀ ਇਹ ਜਿਹੜਾ ਮੈਨੂੰ ਮੈਂ ਮਤਲਬ ਇਹ ਗਲਤ ਕੰਮ ਕੀਤਾ। ਕਿਉਂਕਿ ਵੱਡੀ ਤਾਂ ਗੱਲ ਆ ਵੀ ਜਦ ਤੁਸੀਂ ਕਿਸੇ ਵੀ ਬੰਦੇ ਨੂੰ ਏਦਾਂ ਦਾ ਕਰਦੇ ਆ, ਇਹ ਕਿਸਮ ਦੀ ਗਲਤ ਰਵਾਇਤ ਹੈ। ਹੁਣ ਉਹ ਇੱਥੇ ਤਾਂ ਮੈਂ ਤੁਹਾਨੂੰ ਦੱਸਦਾ ਵੀ ਜਾਨੀ ਲੋਕਾਂ ਨੇ ਇੰਨੇ ਕੰਮ ਏਦਾਂ ਦੇ ਵਧਾਏ ਹੋਏ ਆ, ਫਿਰ ਉਹ ਜਿਹਨੂੰ ਤੁਸੀਂ ਦਿੰਦੇ ਆ ਉਹ ਜ਼ਰੂਰ ਚਾਹੁੰਦਾ ਵੀ ਮੈਨੂੰ ਲਗਾਤਾਰ ਦੇਵੇ। ਕਿਉਂਕਿ ਇਦਾਂ ਦੀ ਜਦ ਕੋਈ ਟ੍ਰੈਡੀਸ਼ਨ ਸ਼ੁਰੂ ਹੋ ਜਾਂਦਾ ਬੰਦ ਨਹੀਂ ਹੁੰਦਾ ਨਾ। ਉਹ ਮੈਂ ਜਿਹੜੀ ਗੱਲ ਸੀ ਕੀਤੀ ਚੌਹਾਨ ਸਾਹਿਬ ਵੀ ਜਿਹੜੇ ਇੰਡੀਆ 'ਚ ਉਹ ਐਕਸਪੈਕਟੇਸ਼ਨਸ ਹੁੰਦੀ ਉਹਨਾਂ ਦੀਆਂ, ਤੁਸੀਂ ਆਪਣੇ ਭੈਣ ਭਾਈ ਨੂੰ ਮਿਲਣ ਗਏ ਆ, ਸਾਨੂੰ ਮਿਲੇ ਬਸ ਵੀ ਇਹ ਬਲੈਤੋਂ ਆਏ, ਬਲੈਤੋਂ ਆਏ ਬੰਦੇ ਅਮੀਰ ਬਹੁਤ ਆ, ਫਿਰ ਉਹ ਤਾਂ ਤੁਹਾਡਾ ਧੰਨਵਾਦ ਵੀ ਨਹੀਂ ਕਰਦੇ। ਮੈਂ ਉਹੀ ਤਾਂ ਗੱਲ ਕਰਦਾ ਵੀ ਉਹਨਾਂ ਦੀ ਐਕਸਪੈਕਟੇਸ਼ਨਸ ਹੁੰਦੀਆਂ ਬਈ ਜੇ ਤੁਸੀਂ ਥੋੜ੍ਹੇ ਪੈਸੇ ਦੇਤੇ ਹੈ ਨਾ, ਤੇ ਫਾਰ ਐਗਜ਼ਾਮਪਲ ਕੋਈ ਕਿਸੇ ਐਕਸਪੈਕਟੇਸ਼ਨ ਮੈਨੂੰ 20,000 ਦੇ ਕੇ ਜਾਊਗਾ ਜਾਂ 50,000 ਦੇ ਕੇ ਜਾਊਗਾ, ਜੇ ਤੁਸੀਂ ਉਹਨਾਂ ਨੂੰ ਥੋੜ੍ਹੇ ਘੱਟ ਦੇਤੇ ਆ ਤੇ ਫਿਰ ਉਹ ਗੱਲਾਂ ਕਰਦੇ ਹੈਗੇ ਆ। ਨਹੀਂ, ਮੈਂ ਤਾਂ ਤੁਹਾਨੂੰ ਦੱਸਦਾ ਵੀ ਉੱਥੇ ਤਾਂ ਜਿੰਨੀ ਬਿਊਰੋਕ੍ਰੇਸੀ ਆ, ਉਹ ਰਿਸ਼ਤੇਦਾਰ ਤਾਂ ਉਹ ਜਿਹੜੀ ਬਿਊਰੋਕ੍ਰੇਸੀ ਆ ਸਾਡੀ ਉਹਨਾਂ ਨਾਲ ਵਾਹ ਪੈਂਦਾ, ਤਾਂ ਉਹ ਤਾਂ ਫਿਰ ਜ਼ਿਆਦਾ ਜਿਹੜਾ ਬਾਹਰੋਂ ਗਿਆ ਉਹ ਤੋਂ ਜ਼ਿਆਦਾ ਐਕਸਪੈਕਟ ਕਰਦੇ। ਕਿਉਂਕਿ ਮੇਰਾ ਤਾਂ ਵਾਹ ਪੈਂਦਾ ਰਹਿੰਦਾ, ਸਾਰਿਆਂ ਦਾ ਵਾਹ ਪੈਂਦਾ। ਕਿਉਂਕਿ ਇਹਦੇ ਨਾਲ ਇੱਕ ਜਾਨੀ ਗਲਤ ਤਰੀਕਾ ਸ਼ੁਰੂ ਹੋ ਜਾਂਦਾ। ਕਿਉਂਕਿ ਵੱਡੀ ਤਾਂ ਗੱਲ ਆ ਵੀ ਲੋਕਾਂ ਦੇ ਵਿੱਚ ਜਿੱਦਾਂ ਤੁਸੀਂ ਗੱਲ ਵੀ ਕੀਤੀ ਆ ਵੀ ਜੇ ਤੁਸੀਂ ਕੋਈ ਦੇਣਾ, ਕੋਈ ਕਿਤਾਬ ਦਿਓ, ਹੋਰ ਕੋਈ ਤੁਸੀਂ ਕਿਸੇ ਨੂੰ ਚੰਗੀ CD ਵੀ ਦੇ ਸਕਦੇ, ਚੰਗੀ ਫਿਲਮ ਦੀ CD ਦੇ ਸਕਦੇ ਆ, ਬਹੁਤ ਕੁਛ ਚੀਜ਼ਾਂ ਹੈਗੀਆਂ ਆ। ਪਰ ਜਿਹੜਾ ਵੱਡੀ ਤਾਂ ਗੱਲ ਆ ਵੀ ਕਿਸੇ ਨੂੰ ਜਿਹੜਾ ਕਰਪਟ ਕਰਨਾ ਹੈ ਨਾ, ਇਹ ਮਾੜੀ ਰੀਤ ਹੈ। ਯਾਨੀ ਵੱਡੀ ਗੱਲ ਹੈ ਵੀ ਜਿੱਦਾਂ ਹੁਣ ਕ੍ਰਿਸਮਸ ਆ, ਇਹਦੇ ਵਿੱਚ ਭਾਈਚਾਰਾ ਵਧਾਉਣਾ ਚਾਹੀਦਾ, ਗਿਆਨ ਵਧਾਉਣਾ ਚਾਹੀਦਾ। ਫਿਰ ਦੂਸਰੀ ਲੋਕਾਂ ਦੀ ਵਿਗਿਆਨਿਕ ਸੋਚ। ਹੁਣ ਤੁਸੀਂ ਦੇਖੋ ਵੀ ਜਿਹੜਾ ਹੁਣ ਆਪਾਂ ਕ੍ਰਿਸਚੀਅਨਿਟੀ ਦੀ ਗੱਲ ਕਰਦੇ ਆ, ਇੰਨੇ ਸਾਲਾਂ ਦੇ ਵਿੱਚ ਕਿੰਨਾ ਕੁਛ ਹੋਇਆ। ਦੇਖੋ ਵੀ ਕਿੰਨਾ ਜਿਹੜੀ ਕਾਢਾਂ ਕੱਢੀਆਂ, ਉਹਨਾਂ ਤੇ ਹਮਲੇ ਹੋਏ, ਗਲੀਲੀਓ ਤੇ ਬਰੂਨੋ ਤੇ ਹੋਰ ਸਾਰਿਆਂ ਤੇ ਹੋਏ, ਫਿਰ ਮਾਰਟਨ ਲੂਥਰ ਤੇ। ਉਹ ਲੋਕਾਂ ਨੂੰ ਕਿੰਨੀ ਜੱਦੋਜਹਿਦ ਕਰਨੀ ਪਈ। ਜਾਣੀ ਇਹ ਜਿਹੜਾ ਸੁਧਾਰ ਕਰਨਾ ਬਹੁਤ ਔਖਾ, ਕਿਉਂਕਿ ਇਸ ਕਰਕੇ ਮਤਲਬ ਜਿਹੜੀ ਅੱਜ ਦੀ ਸਥਿਤੀ ਆ ਉਹ ਵੱਖਰੀ ਹੈ। ਕਿਉਂਕਿ ਲੋਕਾਂ ਨੂੰ ਗਿਆਨ ਵੀ ਹੋਣਾ ਚਾਹੀਦਾ। ਇਹ ਥੋੜ੍ਹਾ ਵੀ ਜਾਂ ਸਾਲ ਬਾਅਦ ਆਉਂਦਾ ਵੀ ਅਸੀਂ ਨਵੇਂ ਤਰੀਕੇ ਹੋਰ ਸ਼ੁਰੂ ਕਰਕੇ ਇੱਕ ਨਵਾਂ ਹੀ ਪੁਰਾਣਾ ਹੀ ਖੜੇ ਕਰੀ ਜਾਈਏ। ਓਕੇ ਚੌਹਾਨ ਸਾਹਿਬ, ਬਹੁਤ ਅਵੇਕਨਿੰਗ ਹੋਣੀ ਚਾਹੀਦੀ। ਬਹੁਤ ਥੈਂਕ ਯੂ ਤੁਹਾਡਾ। ਹੁਣ ਦੇਖੋ ਵੀ ਜਿਹੜਾ ਮੈਂ ਥੋੜੀ ਜਿਹੀ ਗੱਲ ਦੱਸਣੀ ਚਾਹੁੰਦਾ ਵੀ ਜਿਹੜਾ ਅਬਰਾਹਮ ਲਿੰਕਨ ਆ, ਉਹ ਵੀ ਈਸਾਈਆਂ ਦੇ ਘਰ ਜੰਮਿਆ ਸੀ। ਹਾਂਜੀ। ਕਿਉਂਕਿ ਈਸਾਈਆਂ ਦੇ ਘਰ ਜੰਮਿਆ ਸੀ, ਉੱਥੇ ਗੁਲਾਮੀ ਦੇਖੀ ਜਾਣੀ। ਉਹਨੂੰ ਕਿਹਾ ਵੀ ਜੇ ਮੈਂ ਕੁਝ ਇੱਥੇ ਲੋਕਾਂ ਲਈ ਕਰਨਾ ਚਾਹੁੰਦਾ ਤਾਂ ਮੈਨੂੰ ਇਸ ਧਰਮ ਨੂੰ ਸੁਧਾਰਨਾ ਪਊ। ਉਹਦੇ ਮਾਪੇ ਬੜੇ ਹੈਰਾਨ ਹੋਏ ਵੀ ਅਜੇ ਤਾਂ ਤੂੰ ਪੜ੍ਹਿਆ ਹੀ ਨਹੀਂ ਬਹੁਤਾ, ਵੀ ਤੂੰ ਕਿੱਦਾਂ ਦੀਆਂ ਗੱਲਾਂ ਲਾਪਿਆਂ ਕਰ। ਉਹ ਕਹਿੰਦਾ ਵੀ ਤੁਸੀਂ ਐਤਵਾਰ ਨੂੰ ਚਰਚ ਜਾਇਆ ਕਰੋ, ਮੈਂ ਬਹਿ ਕੇ ਕਿਤਾਬ ਲਿਖ ਰਿਹਾ। ਉਹ ਮਾਪੇ ਕਹਿੰਦੇ ਵੀ ਕਿਹੜੀ ਕਿਤਾਬ ਆ? ਉਹਨੂੰ ਫਿਰ ਲਿਖ ਕੇ ਦਿੱਤੀ। ਉਹ ਕਹਿੰਦਾ ਵੀ ਮੈਂ ਆ ਛੋਟੀ ਜਿਹੀ ਬਾਈਬਲ ਤਿਆਰ ਕੀਤੀ, ਮੈਂ ਚੰਗੀਆਂ ਗੱਲਾਂ ਲਿਖੀਆਂ, ਆ ਜਿਹੜੀਆਂ ਤੁਸੀਂ ਵਾਧੂ ਗੱਲ ਚ ਪਾਈਆਂ ਇਹ ਛੱਡਣੀਆਂ ਪੈਣੀਆਂ। ਦੇਖੋ ਉਹ ਜਦ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਬਣਿਆ, ਉਹਨੂੰ ਉਸ ਬਾਈਬਲ ਤੇ ਸਹੁੰ ਚੁੱਕੀ ਹੈ। ਪਰ ਅਸੀਂ ਜ਼ਿਆਦਾ ਜਿਹੜਾ ਨਾ ਆਪਣੇ ਭਾਰ ਪਾਇਆ, ਬਸ ਉਧਰ ਨੂੰ ਤੁਰ ਪੈਂਦੇ ਆ ਗਿਫਟਾਂ ਤੇ ਹੋਰ ਚੀਜ਼ਾਂ ਤੇ। ਸੋ ਇਹ ਜਿਹੜੇ ਮਤਲਬ ਤਿਉਹਾਰ ਹੁੰਦਾ, ਇਹ ਤੋਂ ਕੁਝ ਸਿੱਖਣਾ ਚਾਹੀਦਾ। ਮੈਂ ਇੰਨਾ ਹੀ ਕਹਿੰਦਾ ਹੈ। ਜੈ ਭੀਮ, ਜੈ ਭਾਰਤ। ਬਹੁਤ ਧੰਨਵਾਦ ਚੌਹਾਨ ਸਾਹਿਬ, ਬਹੁਤ ਭਾਏ ਦੀ ਗੱਲ ਕਰਕੇ ਗਏ ਐਂਡ ਵਿੱਚ। ਆਪਾਂ ਥੋੜ੍ਹਾ ਜਿਹਾ ਇੱਥੇ ਕਨਫਿਊਜ਼ ਹੋ ਗਿਆ ਵੀ ਇੱਕ ਬਰਾਈਬਰੀ, ਇੱਕ ਗਿਫਟ। ਜਦੋਂ ਅਸੀਂ ਕਿਸੇ ਨੂੰ ਚੀਜ਼ ਕੋਈ ਦਿੰਦੇ ਆ ਆਪਣੇ ਮਫਾਦ ਲਈ, ਚਾਹੇ ਉਹ ਦੱਸੋ ਚਾਹੇ ਨਾ ਦੱਸੋ, ਜੇ ਤੁਸੀਂ ਕੋਈ ਚੀਜ਼ ਮੈਨੂੰ ਦਿੰਦੇ ਆ ਇਹ ਮਨ 'ਚ ਰੱਖ ਕੇ ਬਿਲਕੁਲ ਬਈ ਇਹ ਮੇਰਾ ਕੰਮ ਕਰ ਦੂਗਾ ਜਾਂ ਇਹ ਮੈਨੂੰ ਕੋਈ ਆ ਕਰੂਗਾ, ਤਾਂ ਫਿਰ ਉਹ ਗਿਫਟ ਨਹੀਂ ਹੈ, ਉਹ ਬਰਾਈਬਰੀ ਆ। ਹਾਂਜੀ, ਹੈਲੋ ਜੀ, ਕੌਣ ਕਿੱਥੋਂ ਬੋਲ ਸਕਦੇ? ਹੈਲੋ ਹਾਂਜੀ, ਕੀ ਕਹਿਣਾ ਚਾਹੁੰਦੇ? ਹੈਲੋ ਜੀ, ਮੈਂ ਸਵਰਨ ਰਾਹੀ ਸਾਊਥ ਹਾਲ ਤੋਂ ਬੋਲ ਰਿਹਾ ਜੀ। ਰਾਹੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਤੁਹਾਡਾ ਬੜਾ ਨਾਮ ਸੁਣਿਆ, ਕੀ ਕਹਿਣਾ ਚਾਹੋਗੇ ਅੱਜ? ਥੈਂਕ ਯੂ ਵੈਰੀ ਮਚ।
ਵੈਸੇ ਮੈਂ ਕ੍ਰਿਸਚਨ ਤਾਂ ਨਹੀਂ, ਮੈਂ ਵੀ ਨਹੀਂ, ਪਰ ਮੈਂ ਸਾਂਝੀ ਮਿੰਜੀ ਜੀ ਗੱਲ ਕਰੂੰਗਾ। ਠੀਕ ਹੈ। ਤੇ ਸਾਡੇ ਤੇ ਕਈ ਸੱਜਣਾ ਨੇ ਇੱਥੋਂ ਤਾਈਂ ਵੀ ਕਿਹਾ ਕਿ ਇੱਕ ਗਿਫਟ ਦੇਣਾ ਵੀ ਵੱਡੀ ਆ। ਠੀਕ ਹੈ। ਇੱਕ ਕਿਸੇ ਨੂੰ ਗਿਫਟ ਦੇਣਾ ਇਹ ਵੀ ਇੱਕ ਤਰ੍ਹਾਂ ਦੀ ਵੱਡੀ ਆ। ਜਿਵੇਂ ਕਿ ਹੁਣੇ ਮੇਰੇ ਸਾਥੀ ਨੇ ਇੱਕ ਨੇ ਦੱਸਿਆ, ਤੇ ਇਹ ਹੈਗਾ ਕਿ ਮੋਹਰਲਾ ਬੰਦਾ ਕਿਵੇਂ ਸਮਝਦਾ ਆ। ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬੰਦੇ ਬੁੱਢੀਆਂ ਜਦ ਮੁਲਕ ਨੂੰ ਜਾਂਦੇ ਹੁੰਦੇ ਸੀ ਨਾ, ਤੇ ਕਈ ਬੁੱਢੀਆਂ ਨੇ ਇੱਥੋਂ ਤਾਈਂ ਕਹਿ ਦੇਣਾ ਕਿ ਬਈ ਆਹ ਜਿਹੜਾ ਸੂਟ ਹੈ ਇਹ ਮੈਨੂੰ ਦੇ ਜਾਈਂ ਜਾਂਦੇ ਹੋਇਆਂ। ਕਈ ਵਾਰੀ ਉਹ ਪਾਉਣਾ ਤੇ ਆਖਰਕਾਰ ਅੱਜ ਕੱਲ ਤਾਂ ਲੋਕ ਇੱਥੋਂ ਤਾਈਂ ਵੀ ਕਹਿ ਦਿੰਦੇ ਆ ਬਈ ਜੇ ਦੇਣਾ ਤੇ ਨਵਾਂ ਲੈ ਕੇ ਦੇ, ਤੇ ਨਹੀਂ ਨਾ ਹੀ ਦੇ। ਇਦਾਂ ਬਿਲਕੁਲ ਇਹ ਇਹੋ ਜਿਹੀਆਂ ਬਾਤਾਂ ਇਹ ਹੈਗਾ ਵੀ ਸਾਡਾ ਅਸੀਂ ਉਸ ਗਿਫਟ ਤੇ ਯਕੀਨ ਜਿਹਾ ਨਹੀਂ ਕਰਦੇ ਕਿ ਜਿਹੜਾ ਗਿਫਟ ਹੁੰਦਾ ਚਾਹੇ ਉਹ 10 ਪੈਨਿਆਂ ਦਾ ਹੋਵੇ ਚਾਹੇ 1000 ਰੁਪਏ ਦਾ ਹੋਵੇ, ਗਿਫਟ ਤਾਂ ਗਿਫਟ ਹੀ ਆ ਨਾ। ਇਹ ਹੈਗਾ ਦੇਣ ਵਾਲੇ ਦੀ ਇੱਛਾ ਮੁਤਾਬਕ ਸੋਚ ਰੱਖਣੀ ਕਿ ਮੋਹਰਲੇ ਨੂੰ ਕਿ ਮੈਨੂੰ ਜੇ ਗਿਫਟ ਮਿਲਿਆ ਤਾਂ ਉਹਨ ਕਿਹੜੇ ਚਾਅ ਨਾਲ ਦਿੱਤਾ ਮੈਨੂੰ। ਤੇ ਦੂਸਰੀ ਰਹੀ ਹੁਣ ਕ੍ਰਿਸਮਸ ਤੇ ਖਰਚ ਕਰਨ ਲਈ, ਇਹ ਤਾਂ ਨਿਆਣਿਆਂ ਸਿਆਣਿਆਂ ਦਾ ਇੱਕ ਇੰਜੋਏ ਕਰਨ ਦਾ ਸਾਧਨ ਆ। ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਬਿਲਕੁਲ ਹੀ ਇਹਨਾਂ ਨੂੰ ਬੰਦ ਕੀਤਾ ਜਾਵੇ। ਇਹਦੇ ਕਾਰਨ ਸਾਨੂੰ ਕੰਮਾਂ ਤੋਂ ਛੁੱਟੀਆਂ ਵੀ ਮਿਲਦੀਆਂ, ਉਹ ਤਾਂ ਕਦੀ ਅਸੀਂ ਇਨਕਾਰ ਕੀਤਾ ਨਹੀਂ ਵੀ ਇਹ ਛੁੱਟੀਆਂ ਅਸੀਂ ਨਹੀਂ ਲੈਣੀਆਂ ਭਾਈ। ਸਮਝਦੇ ਇਸ ਤਰ੍ਹਾਂ ਤੇ ਜੋ ਕੁਝ ਸਦੀਆਂ ਤੋਂ ਚੱਲਦਾ ਆ ਰਿਹਾ ਉਹਨੂੰ ਚੱਲਦਾ ਰਹਿਣ ਦੇਣਾ ਚਾਹੀਦਾ। ਹਾਂ ਠੀਕ ਆ, ਉਹਨੂੰ ਤੁਸੀਂ ਆਪਦਾ ਘੱਟ ਜ਼ਰੂਰ ਕਰ ਸਕਦੇ ਆ ਤਾਂ ਕਿ ਕਿਸੇ ਦਾ ਦਿਲ ਨਾ ਦੁਖੇ। ਵੈਰੀ ਗੁੱਡ। ਬਸ ਇੰਨਾ ਹੀ ਕਹਿੰਦਾ ਹੋਇਆ ਬਹੁਤ ਬਹੁਤ ਥੈਂਕ ਯੂ। ਇਜਾਜ਼ਤ ਮੰਗਦਾ। ਜੈ ਗੁਰਦੇਵ, ਧੰਨ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ ਜੀ। ਬਹੁਤ ਬਹੁਤ ਧੰਨਵਾਦ ਰਾਹੀ ਸਾਹਿਬ। ਅੱਛਾ, ਮੈਂ ਉਹ ਗੱਲ ਕਰਦਾ ਸੀ, ਉਹੀ ਗੱਲ ਉੱਥੇ ਆ ਗਈ ਜਿਹੜੀ ਤੁਹਾਡੀ ਆਪਣੀ ਮਨਸ਼ਾ ਉਹ ਕੀ ਆ। ਤੁਸੀਂ ਕੋਈ ਚੀਜ਼ ਦਿੰਦੇ ਆ, ਉਹਦੇ ਪਿੱਛੇ ਕੋਈ ਭਾਵਨਾ ਨਹੀਂ ਹੋਣੀ ਚਾਹੀਦੀ, ਤਾਂ ਹੀ ਉਹ ਗਿਫਟ ਆ। ਜਿਹੜੀ ਗੱਲ ਗਿਫਟ ਲੈਣ ਵਾਲੇ ਦੀ ਗੱਲ ਹੈਗੀ ਆ, ਜਿਹੜਾ ਬੰਦਾ ਇਹ ਚਾਹੁੰਦਾ, ਜਿਹੜੀ ਭਾਵਨਾ ਆ ਉਹ ਚਾਹੇ ਦੇਣ ਦੀ ਆ ਚਾਹੇ ਲੈਣ ਦੀ ਆ। ਜੇ ਤੁਸੀਂ ਕਹਿੰਦੇ ਆ ਵੀ ਹਰੀਸ਼ ਇੰਗਲੈਂਡ ਤੋਂ ਆਇਆ, ਮਿਲੀ ਆ ਲੈ ਕੇ ਆਵੇ, ਜੇ ਤੁਸੀਂ ਨਹੀਂ ਦਿੰਦੇ ਜਾਂ ਤੁਸੀਂ ਉਹਨਾਂ ਦੀ ਪਸੰਦ ਦਾ ਉਹ ਚੀਜ਼ ਨਹੀਂ ਪਾਉਂਦੇ। ਅੱਜ ਕੱਲ੍ਹ ਬੜਾ ਫੇਮਸ ਆ ਵੀ ਮਿਲੇ ਲੈਪਟਾਪ ਲੈ ਆਇਓ। ਹੁਣ ਲੈਪਟਾਪ 2000 ਦਾ ਵੀ ਆਉਂਦਾ, ਲੈਪਟਾਪ 500 ਪਾਉਂਡ ਦਾ ਵੀ ਆਉਂਦਾ, 500 ਦਾ ਵੀ ਆਉਂਦਾ। ਤੁਸੀਂ ਲੈ ਜਾਂਦੇ ਆ, ਉਹਨੀ ਉਹ ਰੱਖੀ ਹੁੰਦੀ ਆ ਆਸ ਵੀ ਲੈਪਟਾਪ ਮੇਰੇ ਅੰਕਲ ਨੇ ਲੈ ਕੇ ਆਉਣਾ, ਤੇ ਜੇ ਤੁਸੀਂ ਨਾਲ ਜਾਓ ਫਿਰ ਤਾਂ ਮਤਲਬ ਤੁਹਾਨੂੰ ਚਾਹ ਪਾਣੀ ਦਾ ਚਾਂਸ ਹੀ ਨਹੀਂ। ਤੇ ਜੇ ਲੈ ਜਾਓ ਫਿਰ ਉਹ ਦਿਖਾਲਦੇ ਫਿਰਦੇ ਆ ਇਹ ਕਿੰਨੇ ਕੁ ਦਾ ਹੋ, ਪੁੱਛਦੇ ਫਿਰਦੇ ਆ। ਤੇ ਉਹ ਸ਼ਾਪਾਂ ਚੱਲ ਜਾਂਦੇ ਵੀ ਆਹ ਕਿੰਨੇ ਕੁ ਦਾ ਆਇਆ ਹੋਊਗਾ। ਇਹ ਉਹ ਫਿਰ ਗਿਫਟ ਜਿਹਾ ਨਹੀਂ ਰਹਿ ਜਾਂਦਾ। ਤੁਹਾਡੀ ਜਿਹੜੀ ਭਾਵਨਾ ਉਹ ਮਰ ਜਾਂਦੀ ਆ, ਤੇ ਜਿਹੜਾ ਫਿਰ ਉਹ ਲੈਂਦਾ ਆ ਉਹ ਜਿਹੜਾ ਉਹਨੂੰ ਸਤਿਕਾਰ ਕਰਨਾ ਚਾਹੀਦਾ ਉਹ ਵੀ ਨਹੀਂ ਕਰਦਾ। ਤੇ ਚਾਹੀਦਾ ਇਹ ਆ ਕਿ ਵੀ ਤੁਸੀਂ ਬੰਦੇ ਦੀ ਆਪਣੀ ਪਹੁੰਚ ਜੋ ਕੋਈ ਦੇ ਸਕਦਾ, ਜੇ ਤੁਹਾਨੂੰ ਇਹ ਚਾਹਤ ਤਾਂ ਫਿਰ ਸਿੰਪਲੀ ਕਹਿ ਦੇ ਵੀ ਮੈਨੂੰ ਨਹੀਂ ਚੀਜ਼ ਇਹ ਚਾਹੀਦੀ। ਕੋਈ ਇੱਕ ਹੋਰ ਆਦਤ ਆ, ਜੇ ਫਰਜ਼ ਕਰੋ ਮੈਂ ਤੁਹਾਨੂੰ ਇੱਕ ਗਿਫਟ ਦਿੰਦਾ, ਫਰਜ਼ ਕਰੋ ਮੈਂ ਤੁਹਾਨੂੰ ਕਹਿੰਦਾ ਵੀ ਚਲੋ ਤੁਸੀਂ ਆਹ ਮੈਂ ਤੁਹਾਨੂੰ ਸੂਟ ਲੈ ਦਿੰਦਾ। ਅੱਛਾ, ਤੁਹਾਡੇ ਹਿਸਾਬ ਨਾਲ ਤੁਹਾਨੂੰ ਪਤਾ ਵੀ ਸੂਟ ਇਹ ਤੁਹਾਡੇ ਮੇਚ ਨਹੀਂ, ਜਾਂ ਤੁਸੀਂ ਇਹ ਕਹਿ ਦਿਓ ਵੀ ਉਹ ਤੁਹਾਡੀ ਸੋਚ ਦੇ ਮੁਤਾਬਕ ਸਸਤਾ, ਤੁਸੀਂ ਉਹੋ ਹੀ ਸੂਟ ਕਿਸੇ ਨਾ ਕਿਸੇ ਬਹਾਨੇ ਵਾਪਸ ਕਰਨਾ ਮੈਨੂੰ। ਜਿਹੜੀ ਇਹ ਵੀ ਇੱਕ ਬਹੁਤ ਘਟੀਆ ਗੱਲ ਆ। ਜਾਂ ਤਾਂ ਤੁਸੀਂ ਉਸੇ ਵੇਲੇ ਕਹਿ ਦਿਓ ਵੀ ਨਹੀਂ ਮੈਨੂੰ ਨਹੀਂ ਚਾਹੀਦਾ ਹੈਗਾ, ਵੀ ਥੈਂਕ ਯੂ ਤੁਹਾਡਾ ਬਹੁਤ, ਮੈਂ ਤੁਹਾਡਾ ਧੰਨਵਾਦੀ ਹਾਂ, ਪਰ ਡੋਂਟ ਨੀਡ ਇਟ। ਆਮ ਤੌਰ 'ਤੇ ਇਹ ਕੱਪੜਿਆਂ ਨਾਲ ਹੁੰਦੀ ਆ। ਹਾਂ, ਜੇ ਤੁਸੀਂ ਕਿਸੇ ਆਪਣੀ ਭੈਣ ਨੂੰ ਸੂਟ ਦੇ ਦਿਓ ਜਾਂ ਆਪਣੀ ਭਤੀਜੀ ਨੂੰ ਸੂਟ ਦੇ ਦਿਓ, ਉਹ ਚਾਹੇ ਕ੍ਰਿਸਮਸ ਹੋਵੇ ਚਾਹੇ ਵਿਆਹ ਹੋਵੇ, ਜੇ ਸੂਟ ਉਸ ਭੈਣ ਜੀ ਨੂੰ ਪਸੰਦ ਨੇ ਨਾ,
ਉਹਨੇ ਕੀ ਕਰਨਾ, ਉਹਨੇ ਭਾਵੇਂ ਤੁਹਾਡੇ ਪੋਤਾ ਹੋਵੇ ਪੋਤੀ ਹੋਵੇ, ਜਾਣੀ ਉਹ ਸੂਟ ਸੰਭਾਲ ਕੇ ਰੱਖਣਾ। ਉਦੋਂ ਨਹੀਂ ਕਹਿਣਾ ਲੈ ਮੈਨੂੰ ਨਹੀਂ ਚਾਹੀਦਾ, ਉਦੋਂ ਨਹੀਂ ਕਹਿਣਾ, ਉਹ ਉਦੋਂ ਦੇਣਾ। ਫਿਰ ਬੰਦਾ ਸੋਚਦਾ ਯਾਰ ਆਹ ਤਾਂ ਮੈਂ ਦਿੱਤਾ ਸੀ ਕੱਪੜਾ। ਤੇ ਫਿਰ ਉਹ ਗੱਲ ਕਹਿੰਦੇ ਕਿ ਵੀ ਮੈਂ ਤਾਂ ਮੋੜਿਆ ਵੀ ਤੁਹਾਨੂੰ ਬਹੁਤ ਪਸੰਦ ਸੀ, ਮੇਰੇ ਤਾਂ ਪਸੰਦ ਨਹੀਂ ਸੀ। ਜਿਹੜੀ ਇੱਕ ਲੜਾਈ ਦਾ ਮੋੜ ਬਣ ਜਾਂਦਾ ਵੀ ਤੂੰ ਜਾਣੀ ਕਿ ਜੇ ਨਹੀਂ ਪਸੰਦ ਸੀ ਉਦੋਂ ਕਹਿਣਾ ਸੀ ਨਾ ਫਿਰ ਮੈਨੂੰ। ਤੇ ਇਸ ਕਰਕੇ ਜਿਹੜੀ ਕੋਈ ਚੀਜ਼ ਦਾ ਸਤਿਕਾਰ ਕਰਨਾ ਚਾਹੀਦਾ ਚੀਜ਼ ਦਾ। ਇੱਕ ਤਾਂ ਗੱਲ ਵੀ ਉਹਦੇ ਪਿੱਛੇ ਭਾਵਨਾ ਨਹੀਂ ਹੋਣੀ ਚਾਹੀਦੀ। ਮੇਰਾ ਜਿੱਦਾਂ ਚੌਹਾਨ ਸਾਹਿਬ ਨੇ ਦੱਸਿਆ ਵੀ ਵਿਸਕੀ ਦੀ ਬੋਤਲ ਦੇ ਕੇ ਓਵਰ ਟਾਈਮ ਦੀ ਗੱਲ ਕਰਨੀ, ਜਾਂ ਬੰਦਾ ਲੋਨ ਦੀ ਕੰਮ ਤੇ ਗੱਲ ਕਰਨੀ, ਜਾਂ ਹੋਰ ਕੋਈ ਗੱਲ ਕਰਨੀ, ਮੈਨੂੰ ਲਿਫਟ ਮਿਲੂਗੀ, ਜੋ ਵੀ ਹੋਵੇ, ਉਹ ਜਿਹੜੀ ਭਾਵਨਾ ਉਹ ਨਹੀਂ ਹੋਣੀ ਚਾਹੀਦੀ। ਤੇ ਜਿਹੜਾ ਬੰਦਾ ਲੈਂਦਾ ਹੁਣ ਵੈਸੇ ਜਿਹੜਾ ਥੋੜ੍ਹੀ ਆਦਤ ਪੈ ਗਈ ਵੀ ਖੁੱਲ੍ਹਾ ਜਿਹਾ ਹੋ ਗਿਆ ਵੀ ਮੈਂ ਜੇ ਆਪਾਂ ਕਿਸੇ ਲੜਕੀ ਦਾ ਵਿਆਹ ਪੁੱਛਦੇ ਬੇਟੇ ਤੇਰਾ ਵਿਆਹ ਆ ਵੀ ਕਿਹੜੀ ਚੀਜ਼ ਤੈਨੂੰ ਚਾਹੀਦੀ ਆ, ਉਹ ਲੈ ਲੈਂਦਾ ਮੈਂ, ਤੇ ਜਾਂ ਪੈਸਾ ਦਿੰਦੇ ਆ। ਗੱਲ ਸੌਖਾ ਹੋ ਥੋੜ੍ਹਾ ਜਿਹਾ ਸੌਖਾ ਹੋ ਗਿਆ। ਪਰ ਹੱਲੇ ਵੀ ਕੁਛ ਪਰਿਵਾਰਾਂ ਦੇ ਵਿੱਚ ਇੱਦਾਂ ਨਹੀਂ ਕੀਤਾ ਜਾਂਦਾ। ਤੇ ਫਿਰ ਜੋ ਤੁਸੀਂ ਦਿੰਦੇ ਆ ਉਹ ਸਵੀਕਾਰ ਨਹੀਂ ਹੁੰਦਾ। ਤੇ ਜੇ ਤੁਸੀਂ ਨਹੀਂ ਦਿੰਦੇ ਤੇ ਇਹ ਵੀ ਕਹਿੰਦੇ ਆ ਦਿੱਤਾ ਕੁਛ ਨਹੀਂ ਇੱਕ ਗੱਲ ਆ ਤੇ ਦੱਸ ਕੇ ਦੇਣਾ। ਇਹ ਵੀ ਹੈ ਜੋ ਤੂੰ ਦੇਣਾ ਦੇ ਦੇ। ਤੇ ਸਾਨੂੰ ਇਹ ਚਾਹੀਦਾ ਕਿ ਅਸੀਂ ਦੇਖੋ, ਆਪਾਂ ਗੱਲ ਕ੍ਰਿਸਮਸ ਦੀ ਕਰਦੇ ਹਾਂ। ਕ੍ਰਿਸਮਸ 'ਤੇ ਬਹੁਤ ਸਾਰੇ ਲੋਕ ਜਿਹੜੇ ਕਿ ਆਪੋ ਆਪਣਾ ਤਰੀਕਾ ਕ੍ਰਿਸਮਸ ਮਨਾਉਣ ਦਾ। ਕਈ ਜਿਹੜੇ ਬੰਦੇ ਹੈਗੇ ਉਹ ਕਹਿੰਦੇ ਚਲੋ ਇੱਕ ਅੱਧੀ ਗਲਾਸੀ ਪੀ ਲੈਂਦੇ ਆ, ਉਹ ਜਾਂ ਕੋਈ ਬੀਰ ਪੀ ਲੈਂਦਾ, ਜਾਂ ਕੋਈ ਬੰਦਾ ਕਹਿੰਦਾ ਚਲੋ ਬੱਚਿਆਂ ਦੇ ਅੱਜ ਬੱਚਿਆਂ ਨੂੰ ਆਉਣਾ ਵੀ ਸਪੈਸ਼ਲ ਖਾਣਾ ਬਣਾਓ। ਕਈ ਟਰਕੀ ਵਗੈਰਾ ਲਿਆਉਂਦੇ, ਕਈ ਨਹੀਂ ਵੀ ਲਿਆਉਂਦੇ। ਪਰ ਜਿਹੜੇ ਟਰਕੀ ਨਹੀਂ ਲਿਆਉਂਦੇ ਉਹ ਭਾਂਤ ਦੇ ਖਾਣੇ ਬਣਾ ਕੇ ਆਪਣੇ ਪਰਿਵਾਰ ਵਿੱਚ। ਦੇਖੋ ਜੀ ਬਹੁਤ ਸਾਰੇ ਲੋਕੀ ਵੈਜੀਟੇਰੀਅਨ ਹੈ, ਵੀਗਨ ਹੈਗੇ ਆ, ਯਾਨੀ ਕਿ ਆਪਣਾ ਉਹ ਬਹੁਤ ਵਧੀਆ ਗੱਲ ਹੈ ਕਿ ਇੱਕ ਮੁਹੱਬਤ, ਇੱਕ ਜਿਹੜਾ ਪਿਆਰ ਆਪਸ ਵਿੱਚ ਜਿਹੜਾ ਰਿਸ਼ਤਾ ਆ ਉਹਨੂੰ ਬਰਕਰਾਰ ਰੱਖਣਾ। ਕਿੱਦਾਂ ਆਪਾਂ ਸਾਰੇ ਖੁਸ਼ ਰਹਿ ਸਕਦੇ ਹਾਂ। ਮੈਂ ਚਾਹੁੰਦਾ ਸਭ ਤੋਂ ਵੱਡਾ ਗਿਫਟ ਮੈਂ ਇਹ ਚਾਹੁੰਦਾ, ਕਿਤਾਬ ਦੀ ਜਗ੍ਹਾ ਆਪਣੀ ਆ। ਤੁਸੀਂ ਕਿਸੇ ਨੂੰ TV ਲੈ ਕੇ ਦੇਣਾ ਉਹ ਆਪਣੀ ਆ, ਜੋ ਵੀ ਕਰਨਾ। ਪਰ ਇੱਕ ਚੀਜ਼ ਮੇਰੇ ਮਨ 'ਚ ਹੈਗੀ, ਉਹ ਇਹ ਆ ਕਿ ਵੀ ਸਭ ਤੋਂ ਵੱਡਾ ਗਿਫਟ ਹੈ ਜੇ ਤੁਸੀਂ ਕਿਸੇ ਦੇ ਨਾਲ ਗੁੱਸੇ ਆ, ਤੁਹਾਡੇ ਮਨ 'ਚ ਰੰਜਿਸ਼ ਆ ਵੀ ਉਸ ਬੰਦੇ ਨੂੰ ਮੈਂ ਬੁਲਾਉਣਾ। ਕ੍ਰਿਸਮਸ ਇੱਕ ਇਹੋ ਜਿਹਾ, ਬਲਕਿ ਤਾਂ ਕੋਈ ਵੀ ਦਿਨ ਹੋ ਸਕਦਾ, ਪਰ ਕਿਉਂਕਿ ਕ੍ਰਿਸਮਸ 'ਤੇ ਇੱਕ ਰਿਵਾਇਤ ਆ ਕਿ ਵੀ ਕ੍ਰਿਸਮਸ ਜਿਹੜਾ ਲੰਚ ਆ ਉਹ ਪੂਰੀ ਫੈਮਿਲੀ ਇਕੱਠੇ ਬੈਠ ਕੇ ਖਾਂਦੀ ਹੈ। ਤੁਸੀਂ ਉਹ ਜਿਹੜਾ ਤੁਹਾਡੇ ਕੋਲ ਘੰਟਾ ਹੁੰਦਾ, ਅੱਧਾ ਘੰਟਾ ਪਹਿਲਾਂ ਬਹਿ ਜਾਓ ਟੇਬਲ 'ਤੇ, ਇਕੱਲੀ ਗੱਲ ਨੂੰ ਡਿਸਕਸ ਕਰੋ। ਜਿਹੜੇ ਆਪਣੇ ਘਰ ਦੇ ਮਸਲੇ ਆ ਉਹਨਾਂ ਨੂੰ 5-7 ਮਿੰਟਾਂ ਵਿੱਚ ਇਕੱਲੇ ਨੂੰ ਟਾਈਮ ਦੇ ਕੇ ਉਹ ਗੱਲਾਂ ਕਲੀਅਰ ਕਰ ਲਓ, ਤਾਂ ਕਿ ਜਿਹੜਾ ਤੁਹਾਡੇ ਕ੍ਰਿਸਮਸ ਤੋਂ ਬਾਅਦ ਦੀ ਜਿਹੜੀ ਲਾਈਫ ਆ ਉਹ ਮੁਹੱਬਤ, ਇੱਕ ਦੂਜੇ ਦੇ ਪਿਆਰ ਵਿੱਚ, ਇੱਕ ਦੂਜੇ ਨਾਲ ਸਹਿਮਤੀ ਨਾਲ ਖੁੱਲ੍ਹ ਕੇ ਗੱਲ ਕਰੋ, ਹੱਸੋ ਖੇਲੋ। ਮੁਹੱਬਤ ਹੀ ਹੋਣੀ ਚਾਹੀਦੀ ਹੈ, ਕਿਉਂਕਿ ਨਹੀਂ ਤਾਂ ਅਸੀਂ ਬਹੁਤ ਵਾਰੀ ਹੁੰਦਾ ਅਸੀਂ ਪਰਿਵਾਰ 'ਚ ਇਕੱਠੇ ਬਹਿੰਦੇ ਹਾਂ, ਲੇਕਿਨ ਸਾਡਾ ਮੂੰਹ ਕਿਸੇ ਦਾ ਔਨ ਹੁੰਦਾ, ਕਿਸੇ ਨੂੰ ਔਨ ਹੁੰਦਾ। ਸਭ ਤੋਂ ਵੱਡਾ ਗਿਫਟ ਇਹ ਆ ਕਿ ਜੇ ਕੋਈ ਬੰਦਾ ਮਹਿਸੂਸ ਕਰਦਾ ਵੀ ਮੈਂ ਉਹਨੂੰ ਨਹੀਂ ਬੁਲਾਉਂਦਾ, ਇਹ ਜ਼ਰੂਰੀ ਨਹੀਂ ਵੀ ਦੂਜਾ ਹੀ ਕਹੇ, ਤੁਸੀਂ ਖੁਦ ਵੀ ਕਹਿ ਸਕਦੇ ਆ ਬਈ ਖਰਿਆ ਮੈਂ ਗਲਤੀ ਸੀਗਾ, ਪਤਾ ਨਹੀਂ। ਜਿਹੜੀ ਰੰਜਿਸ਼ ਆ ਉਹਨੂੰ ਮਿਟਾਉਣ ਦਾ ਕਿ ਬਹੁਤ ਸੁਨਹਿਰੀ ਮੌਕਾ ਹੈ। ਸਭ ਤੋਂ ਵੱਡਾ ਗਿਫਟ ਮੈਂ ਸਮਝਦਾ ਕਿ ਇਹ ਆ। ਦੇਖੋ ਗੱਲ ਮੈਂ ਤੁਹਾਨੂੰ ਸਹਿਮਤ ਹੁੰਦਾ। ਇਹ ਗੱਲ ਕਈ ਜਿਹੜੀਆਂ ਗੱਲਾਂ ਹਨ ਨਾ ਫਿਲੋਸੋਫੀਕਲ ਹੈਗੀਆਂ, ਉਹ ਫਿਲੋਸਫੀ ਦੀਆਂ ਗੱਲਾਂ ਹੈਗੀਆਂ, ਪਰ ਪ੍ਰੈਕਟਿਸ ਦੇ ਵਿੱਚ ਮੈਂ ਦੇਖਿਆ ਆਪਣੀ ਜ਼ਿੰਦਗੀ ਵਿੱਚ, ਇਨਕਲੂਡਿੰਗ ਮੈਂ ਵੀ ਹੈਗਾ ਉਹਦੇ ਵਿੱਚ, ਜੇ ਅਸੀਂ ਚੇਂਜ ਬੜੇ ਘੱਟ ਹੁੰਦੇ ਹੈਗੇ ਆ। ਗੱਲਾਂ ਸਾਰੇ ਕਹਿੰਦੇ ਲੈ ਵੀ ਹਾਂ ਜੀ ਕੋਈ ਨਾ ਕੋਈ ਬਹਾਨਾ ਚਾਹੀਦਾ, ਪਰ ਮੋਰੋਂ ਜਾਣੀ ਕਿ ਜਦੋਂ ਤੁਹਾਨੂੰ ਕੋਈ ਰਿਸਪੌਂਸ ਇਹੋ ਜਿਹਾ ਨਾ ਮਿਲੇ ਤਾਂ ਫਿਰ ਤੁਸੀਂ ਪਿੱਛੇ ਹਟ ਜਾਣਾ। ਲੈ ਠੀਕ ਆ ਬਈ ਜਦ ਮੈਨੂੰ ਪਤਾ ਹੀ ਨਹੀਂ ਹੈ ਲੈ ਵੀ ਜੇ ਨਿੱਕੀ ਜਿਹੀ ਗੱਲ 'ਤੇ ਬੰਦਾ ਉਹ ਕੋਈ ਗੁੱਸੇ ਹੋਇਆ ਹੈਗਾ ਅਤੇ ਮੈਂ ਪੂਰੀ ਕੋਸ਼ਿਸ਼ ਵੀ ਕੀਤੀ, ਉਹ ਮੈਨੂੰ ਦੱਸ ਹੀ ਨਹੀਂ ਰਿਹਾ ਹੈਗਾ, ਯਾਨੀ ਕਿ ਜੇ ਦੱਸ ਵੀ ਰਿਹਾ ਹੈਗਾ ਤਾਂ ਉਹਦਾ ਕੋਈ ਖਾਸ ਕੋਈ ਮਕਸਦ ਨਹੀਂ ਹੈ। ਵੀ ਜਿਹੜੇ ਤੁਹਾਡੇ 25, 30, 40, 50 ਸਾਲ ਯਾਨੀ ਕਿ ਜਿਹੜੇ ਤੁਹਾਡੇ ਇੰਨੇ ਵਧੀਆ ਦੋਸਤੀ ਦੇ ਨਿਕਲੇ ਸੀਗੇ, ਤੁਸੀਂ ਯਾਨੀ ਕਿ ਇੱਕੋ ਜਿਹੀ ਗੱਲ 'ਤੇ ਜਿਹੜਾ ਜੇ ਗੁੱਸੇ ਹੋ ਗਏ ਆ, ਅਤੇ ਤੁਹਾਡੀ ਕਿਹੋ ਜਿਹੀ ਦੋਸਤੀ ਸੀਗੀ ਉਹ, ਯਾਨੀ ਕਿ ਇੱਕ ਤਾਂ ਮੇਰਾ ਪੁਆਇੰਟ ਇਹ ਹੈਗਾ। ਦੂਸਰਾ ਯਾਨੀ ਕਿ ਜਿਹੜੀ ਗਿਫਟ ਦੀ ਗੱਲ ਥੋੜ੍ਹੀ ਯਾਨੀ ਕਿ ਮੈਂ ਇਹਨੂੰ ਇੰਟਰਨੈਸ਼ਨਲੀ ਯਾਨੀ ਕਿ ਬਣਾਉਣੀ ਚਾਹੁੰਦਾ। ਹੁਣ ਗੋਰੇ ਯਾਨੀ ਕਿ ਦੁਨੀਆ ਭਰ ਦਾ ਯਾਨੀ ਕਿ ਮਾਲ ਇੱਥੇ ਲੁੱਟ ਕੇ ਲੈ ਕੇ ਆਏ, ਇੰਡੀਆ ਤੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਏ, ਇਹ ਕੋਹੀਨੂਰ ਹੀਰਾ ਵੀ ਯਾਨੀ ਕਿ ਸਾਡਾ ਜਿਹੜਾ ਉਹ ਵੀ ਲੈ ਕੇ ਆਏ, ਜਾਂ ਅਫਰੀਕਾ ਵਿੱਚੋਂ ਬਹੁਤ ਸਾਰੇ। ਇਹ ਕਹਿੰਦੇ ਸਾਨੂੰ ਜੀ ਗਿਫਟ ਦਿੱਤੇ ਸੀ, ਵਾਟ ਨੌਨਸੈਂਸ ਵੀ ਤੁਸੀਂ ਆਪ ਚੋਰੀ ਕਰਕੇ ਉੱਥੇ ਲੈ ਕੇ ਆਏ ਸਭ ਕੁਛ, ਯਾਨੀ ਕਿ ਇਹ ਕਹਿਣਾ ਲੈ ਵੀ ਗਿਫਟ ਲੈ ਕੇ ਆਏ ਹੈਗੇ, ਦੈਟ ਡਜ਼ਨਟ ਮੇਕ ਐਨੀ ਸੈਂਸ। ਯਾਨੀ ਕਿ ਇਹ ਇੱਕ ਗਿਫਟ ਦੀ ਗੱਲ ਇਹ ਵੀ ਮੈਂ ਵਿੱਚ ਲਿਆਉਣੀ ਚਾਹੁੰਦਾ ਸੀਗਾ। ਦੂਸਰੀ ਯਾਨੀ ਕਿ ਗੱਲ ਇਹ ਹੈ ਜਦੋਂ ਅਸੀਂ ਖਾਸ ਕਰਕੇ ਆਪਾਂ ਇੰਡੀਆ ਜਾਂਦੇ ਹਾਂ, ਆਪਣੇ ਭੈਣ ਭਰਾਵਾਂ ਨੂੰ ਯਾਨੀ ਕਿ ਜਾਂ ਹੋਰ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਤੁਸੀਂ ਗਿਫਟ ਦਿੰਦੇ ਹੈਗੇ ਆ, ਪਹਿਲਾਂ ਤੁਸੀਂ ਚੀਜ਼ਾਂ ਉਹਨਾਂ ਨੂੰ ਦਿੰਦੇ ਹੈਗੇ ਆ, ਫਿਰ ਕਹਿੰਦੇ ਲੈ ਵੀ ਅੱਛਾ ਇਹ ਤਾਂ ਚਲੋ ਉਹਨਾਂ ਨੇ ਇੱਕ ਪਾਸੇ ਰੱਖਣਾ ਝੋਲਾ ਯਾਨੀ ਜਿਹੜਾ ਤੁਸੀਂ ਦਿੱਤਾ ਹੈਗਾ, ਯਾਨੀ ਕਿ ਜਾਂ ਉਹ ਬੈਗ ਭਰ ਕੇ ਤੁਸੀਂ ਦਿੱਤਾ ਹੈਗਾ ਜਾਂ ਟੈਚੀ ਭਰ ਕੇ ਦਿੱਤਾ ਆ। ਅੱਛਾ ਫਿਰ ਤੂੰ
ਉਹ ਇਹ ਝਾਕ ਰੱਖਦੇ ਲੈ ਵੀ ਤੂੰ ਮੈਨੂੰ ਹੋਰ ਪੈਸੇ ਕਿੰਨੇ ਦੇ ਰਿਹਾ ਜੇ ਜਾਣੀ ਕਿ ਆਹ ਗਿਫਟ ਤਾਂ ਦੇਤੇ ਹੈਗੇ ਲੈ ਵੀ ਉਹਨੂੰ ਪੁੱਛੇ ਕਿਸੇ ਨੂੰ ਵੀ ਇਹ ਜਿਹੜੇ ਗਿਫਟ ਆਏ ਆ ਇਹ ਫ੍ਰੀ ਆਏ ਆ। ਫਿਰ ਕਈ ਇਹ ਕਹਿਣਗੇ ਉਹ ਯਾਰ ਇਹ ਅੱਛਾ ਉਹ ਸੇਲ 'ਚੋਂ ਵੀ ਤੈਨੂੰ ਇਸ ਚੀਜ਼ ਨਾਲ ਵੀ ਭਾਵੇਂ ਉਹਨੂੰ ਚੋਰ ਨੇ ਕਿਸੇ ਨੇ ਕਾਲੇ ਚੋਰ ਨੇ ਦਿੱਤੇ ਹੋਣ ਵੀ ਸੇਲ ਤੋਂ ਲਿਆਂਦੇ ਆ ਜਾਂਦੇ ਤਾਂ ਘੱਟੋ ਘੱਟ ਤੈਨੂੰ ਤਾਂ ਚੀਜ਼ ਦਿੱਤੀ ਹੈ ਨਾ। ਅਗਲਾ ਐਡੀ ਦੂਰੋਂ ਤਰੱਦਦ ਕੀਤਾ ਉਹਨੇ ਐਡੀ ਦੂਰੋਂ ਲੈ ਕੇ ਆਇਆ ਹੈਗਾ ਫਿਰ ਤੇਰਾ ਮੱਥਾ ਡੰਮਿਆ ਹੈਗਾ ਵੀ ਫਿਰ ਵੀ ਤੁਸੀਂ ਗ੍ਰੇਟਫੁਲ ਨਹੀਂ ਹੁੰਦੇ। ਮੈਂ ਸਮਝ ਲਿਆ ਵੀ ਉਹਨਾਂ ਬੰਦਿਆਂ ਤੋਂ ਨੈਕਸਟ ਟਾਈਮ ਮੈਂ ਤਾਂ ਉਹਨਾਂ ਬੰਦਿਆਂ ਨੂੰ ਯਾਨੀ ਕਿ ਨਹੀਂ ਕੁਛ ਵੀ ਦਊਂਗਾ ਨਾ ਹੀ ਸ਼ਾਇਦ ਮੈਂ ਮਿਲੂੰਗਾ ਵੀ ਨਹੀਂ ਲੈ ਵੀ ਜਿਹਨਾਂ ਬੰਦਿਆਂ ਨੂੰ ਇੰਨੀ ਵੀ ਕਦਰ ਨਹੀਂ ਹੈ ਲੈ ਤੁਹਾਡੀ ਯਾਨੀ ਕਿ ਉਹ ਜਿਹੜੀ ਮਾੜੀ ਜੀ ਰਿਸਪੈਕਟ ਵੀ ਕਰ ਸਕਣ। ਸੋ ਇਸ ਕਰਕੇ ਮੇਰਾ ਖਿਆਲ ਤੁਸੀਂ ਕਪਤਾਨ ਆਪਣੀ ਗੱਲ ਕਰ ਲਓ। ਨਹੀਂ ਗੱਲ ਆਪਣੀ ਕਿਉਂਕਿ ਆਪਣੇ ਪ੍ਰੋਗਰਾਮ ਦਾ ਇੱਕ ਹਿੱਸਾ ਮੈਂ ਬਹੁਤ ਚਿਰ ਤੋਂ ਮੇਰੇ ਮਨ ਵਿੱਚ ਸੀ ਵੀ ਮੈਂ ਜੌਨ ਦੇ ਸ਼ੁਰੂ ਕਰਨ ਲੱਗੇ ਪ੍ਰੋਗਰਾਮ ਸੀ ਆਪਣਾ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਕਦੀ ਜ਼ਰੂਰ ਪੜ੍ਹੋ। ਅੱਜ ਮੈਂ ਬੜੇ ਚੇਤੇ ਨਾਲ ਲੈ ਕੇ ਆਇਆ ਸੀ। ਮੈਂ ਕਿਹਾ ਅੱਜ ਇਹ ਮੈਂ ਗੀਤ ਗਜ਼ਲ ਹੀ ਆ ਲੇਕਿਨ ਉਹ ਗੀਤ ਟਾਈਪ ਕੋਈ ਨਹੀਂ ਸੁਣਾਓ ਤੁਸੀਂ। ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪਰਾਗਾ ਭੁੱਲਦੇ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੱਲਦੇ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪਰਾਗਾ ਭੁੱਲਦੇ। ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ ਬੇਲਿਆਂ 'ਚੋਂ ਮੁੜ ਆਈਆਂ ਮੱਝੀਆਂ ਤੇ ਗਾਵਾਂ ਨੀ ਪਾਇਆ ਚਿੜੀਆਂ ਨੇ ਚੀਖ ਚਿਹਾੜਾ ਨੀ ਪੀੜਾਂ ਦਾ ਪਰਾਗਾ ਭੁੱਲਦੇ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪਰਾਗਾ ਭੁੱਲਦੇ। ਦੂਸਰਾ ਅੰਤਰਾ ਹੈ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬਹੁਤ ਦੂਰ ਨਹੀਂ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨਹੀਂ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨਹੀਂ ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨਦੇ। ਮੇਰੀ ਵਾਰੀ ਪੱਠਿਆਂ ਦੀ ਪੰਡ ਸਿੱਲੀ ਹੋ ਗਈ ਮੇਰੀ ਵਾਰੀ ਪੱਠਿਆਂ ਦੀ ਪੰਡ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਪੀੜਾਂ ਦਾ ਪਰਾਗਾ ਭੁੰਨਦੇ। ਲਾਪਕ ਹੈ ਚੁੰਗ ਮੇਰੀ ਲਾਪਕ ਹੈ ਚੁੰਗ ਮੇਰੀ ਮੈਨੂੰ ਪਹਿਲਾਂ ਟੋਰ ਨਹੀਂ ਕੱਚੇ ਰੱਖਣਾ ਨਹੀਂ ਰਾਹ ਥੋੜੇ ਹੋਰ ਨਹੀਂ ਕਰਾਂ ਮਿੰਨਤਾਂ ਮੁਕਾਦੇ ਨਹੀਂ ਪੁਆੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਪੀੜਾਂ ਦਾ ਪਰਾਗਾ ਭੁੰਨਦੇ। ਸੌ ਗਈਆਂ ਹਵਾਵਾਂ ਰੋ ਰੋ ਕਰ ਵਰਲਾਪ ਨਹੀਂ ਸੌ ਗਈਆਂ ਹਵਾਵਾਂ ਰੋ ਰੋ ਕਰ ਵਰਲਾਪ ਨਹੀਂ ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨਹੀਂ ਜੰਝ ਸਾਵਾਂ ਦਾ ਰੁੱਸ ਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨਦੇ ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ ਨੀ ਪੀੜਾਂ ਦਾ ਪਰਾਗਾ ਭੁੰਨਦੇ। ਇਹ ਸੀ ਅੱਜ ਦੀ ਕਵਿਤਾ ਮੈਂ ਪਹਿਲੀ ਵਾਰੀ ਸ਼ਿਵ ਨੂੰ ਆਪਣੀ ਇਸ ਸਾਂਝੇ ਵਿਚਾਰਾਂ ਵਿੱਚ ਪੜ੍ਹਿਆ ਅਤੇ ਕਿਉਂਕਿ ਬਾਕੀ ਤਕਰੀਬਨ ਬਹੁਤ ਸਾਰੇ ਇਸ਼ਾਰਿਆਂ ਨੂੰ ਮੈਂ ਪਹਿਲਾਂ ਪੜ੍ਹ ਚੁੱਕਾ ਸੀਗਾ ਇਹਨਾਂ ਦਾ ਮੈਂ ਨਹੀਂ ਸੀ ਪੜ੍ਹਿਆ ਅਤੇ ਮੈਂ ਕਿਹਾ ਵੀ ਫੇਅਰ ਨਹੀਂ ਹੈ ਅਤੇ ਬਹੁਤ ਸਾਰੀਆਂ ਸ਼ਿਵ ਦੀਆਂ ਤਾਂ ਬਹੁਤ ਸਾਰੀਆਂ ਕਵਿਤਾਵਾਂ ਹੈਗੀਆਂ ਤਾਂ ਆਪਾਂ ਕਈ ਵਾਰੀ ਮੌਕਾ ਹੀ ਨਹੀਂ ਲੱਗਦਾ ਤੁਹਾਡੇ ਮਨ 'ਚ ਗੱਲ ਨਹੀਂ ਆਉਂਦੀ ਅਤੇ ਜਿਹੜੇ ਗਿਫਟ ਹੈਗੇ ਆ ਜ਼ਰੂਰ ਦਿਓ ਜਿਹੜੇ ਤੁਸੀਂ ਸਮਝਦੇ ਆ ਕਿਸੇ ਨੂੰ ਤੁਸੀਂ ਮੁਹੱਬਤ ਦਾ ਇਜ਼ਹਾਰ ਕਰਨਾ ਸ਼ੋਅ ਕਰਨਾ ਦਿਓ ਪਰ ਚੀਜ਼ ਉਹ ਦਿਓ ਜਿਹੜੀ ਕਿਸੇ ਦੇ ਕੰਮ ਹੋਵੇ। ਅੱਜ ਕੱਲ੍ਹ ਜਿਹੜਾ ਰਿਵਾਜ਼ ਚੱਲਿਆ ਕਿ ਪੁੱਛ ਲਓ ਵੀ ਆਹ ਚੀਜ਼ ਮੈਂ ਕਰਨੀ ਆ ਜਾਂ ਜੇ ਪੈਸੇ ਦੀ ਕਰਨੀ ਉਹ ਵੀ ਠੀਕ ਆ ਪਰ ਪੈਸੇ ਨਾਲੋਂ ਅਗਰ ਤੁਸੀਂ ਕੋਈ ਚੀਜ਼ ਜਿਹਨੂੰ ਆਪਾਂ ਸਹੀ ਤੌਰ 'ਤੇ ਸਹੀ ਮਨ 'ਚ ਗਿਫਟ ਕਰਨੇ ਅਗਰ ਤੁਸੀਂ ਉਹ ਦਿਓ ਅਤੇ ਜਿਹੜੇ ਆਪਣੇ ਬੱਚਿਆਂ ਵਿੱਚ ਤੁਹਾਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਦੀ ਬੱਚੇ ਚਾਹਤ ਰੱਖਦੇ ਆ ਜਿਹੜੇ ਛੋਟੇ ਬੱਚੇ ਆ
ਵੱਡਿਆਂ ਨੂੰ ਪੁੱਛ ਲੈਣਾ ਚਾਹੀਦਾ ਕਿ ਤੁਸੀਂ ਇੱਕ ਵਾਰੀ ਜਿਹੜਾ ਲੰਮਸਮ ਦੇ ਦਿਓ ਵੀ ਆ ਲਓ, ਅੱਜ ਕੱਲ੍ਹ ਰਿਵਾਜ਼ ਚੱਲਿਆ ਕਿ ਉਹ ਵਾਚਰ ਜਿਹੇ ਬਣ ਜਾਂਦੇ ਆ, ਉਹ ਤੁਸੀਂ ਕਰ ਦਿਓ, ਬਹੁਤ ਸਾਰੇ ਤਰੀਕੇ ਹੈਗੇ ਆ। ਪਰ ਸਭ ਤੋਂ ਜਿਹੜੀ ਗੱਲ ਹੈਗੀ ਭਾਵਨਾ ਤੁਹਾਡੇ ਉਸ ਗਿਫਟ ਦੇ ਪਿੱਛੇ, ਪਹਿਲਾਂ ਆਪਾਂ ਗੱਲ ਕਰਦੇ ਸੀਗੇ ਵੀ ਉਹਦੇ ਭਾਵਨਾ ਜਿਹੜੀ ਵੱਡੀ ਦੀ ਆ ਆਪਣਾ ਮਤਲਬ ਕੱਢਣ ਦੀ, ਉਹ ਨਾ ਹੋਵੇ। ਇੱਕ ਇਹ ਵੀ ਭਾਵਨਾ ਕਰ ਲਓ ਕਿ ਮੈਂ ਕਿਸੇ ਨੂੰ ਗਿਫਟ ਦੇ ਕੇ ਉਹਨੂੰ ਮਨਾਉਣਾ, ਬਈ ਜੋ ਕੁਛ ਪਹਿਲਾਂ ਆਪਣੇ ਵਿੱਚ ਹੋਇਆ ਪਤਾ ਨਹੀਂ ਤੁਸੀਂ ਗਲਤ ਸੀ, ਪਤਾ ਨਹੀਂ ਮੈਂ ਗਲਤ ਸੀ, ਲੈਟਸ ਫੋਰਗੇਟ ਇਟ, ਲੈਟਸ ਸਟਾਰਟ ਨਿਊ ਲਾਈਫ। ਜਿੱਦਾਂ ਡਾਕਟਰ ਸਾਹਿਬ ਨੇ ਉਸ ਗੱਲ ਨੂੰ ਕੀਤਾ ਕਿ ਬਈ ਕਈ ਵਾਰੀ ਹੁੰਦੀ ਆ ਤੁਸੀਂ ਕੋਸ਼ਿਸ਼ ਕਰਦੇ ਆ ਜਿਹੜੇ ਅੱਗਿਓਂ ਰਿਸਪੌਂਸ ਨਹੀਂ ਆਉਂਦੀ ਵਧੀਆ, ਅਗਰ ਤੁਸੀਂ ਆਪ, ਮੈਂ ਸਮਝਦਾ ਕਿ ਤੁਸੀਂ ਹਰ ਇੱਕ 'ਤੇ ਗੱਲ ਹੈਗੀ, ਇਹ ਨਹੀਂ ਕਿ ਇੱਕੋ ਹੀ ਬੰਦਾ ਕਿ ਦੂਜਾ ਕਰੇ ਹੀ ਨਾ, ਜੇ ਹਰ ਇੱਕ ਬੰਦਾ ਮਹਿਸੂਸ ਕਰੇ ਵੀ ਗੱਲ ਨੂੰ ਮੁਕਾਉਣਾ ਤਾਂ ਪਊ ਕਿਤੇ ਆਪਣੀ ਜ਼ਿੰਦਗੀ 'ਚ, ਅਤੇ ਜੇ ਉਹ ਗੱਲ ਨੂੰ ਮੁਕਾਉਣ ਦਾ ਅਸੀਂ ਤਹਈਆ ਨਹੀਂ ਕਰਦੇ ਤਾਂ ਉਹ ਮੁਕਣੀ ਨਹੀਂ ਹੈ। ਖਾਸ ਤੌਰ 'ਤੇ ਪਰਿਵਾਰਾਂ ਦੇ ਵਿੱਚ ਇਹ ਬਹੁਤ ਹੁੰਦੀਆਂ ਗੱਲਾਂ, ਕਈ ਵਾਰੀ ਕੁਛ ਵੀ ਨਹੀਂ ਹੁੰਦੀਆਂ, ਲੇਕਿਨ ਅਸੀਂ ਉਹਨੂੰ ਡਰੈਗ ਇੰਨਾ ਕੀਤਾ ਹੁੰਦਾ ਅਤੇ ਉਹਦੇ ਉੱਪਰ ਦੀ ਉੱਪਰ ਅਸੀਂ ਉਹ ਪਾਰਾ ਚਾੜੀ ਜਾਂਦੇ ਹਾਂ। ਅਤੇ ਰੰਜਿਸ਼ ਨੂੰ ਮੁਕਾਓਗੇ ਤਾਂ ਜ਼ਿੰਦਗੀ ਦੋਨਾਂ ਤਰ੍ਹਾਂ ਦੀ ਵਧੀਆ ਨਿਕਲਦੀ ਆ। ਅਸੀਂ ਧਿਰਾਂ ਦੋ ਦੀ ਗੱਲ ਨਹੀਂ, ਅਸੀਂ ਨਾਲ ਹੋਰ ਜੋੜ ਲੈਂਦੇ ਹਾਂ। ਜੇ ਮੇਰੀ ਤਾਂ ਡਾਕਟਰ ਦੀ ਗੱਲ ਹੈ ਤਾਂ ਇਹ ਨਿਗਾਹ ਹੋਰ ਆਪਣੇ ਚਾਚੇ ਤਾਏ ਜੋੜ ਲੈਣੇ ਆ, ਮੈਂ ਵੀ ਇਹੀ ਕਰਨਾ। ਤਾਂ ਉਹਨੂੰ ਅਸੀਂ ਬਹੁਤ ਲੰਬਾ ਪੜਾਅ ਪਾ ਲੈਂਦੇ। ਉਹਨੂੰ ਮਿਟਾਉਣ ਲਈ ਦਿਲ 'ਚ ਪਿਆਰ ਜਗਾਉਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਆਪਣੇ ਆਪ ਨੂੰ ਗਿਫਟ ਦੇਣਾ ਤਾਂ ਆਪਣੇ ਅੰਦਰ ਸਾਰਿਆਂ ਲਈ ਸਤਿਕਾਰ ਪਿਆਰ ਜਗਾਓ, ਅਤੇ ਮੇਰਾ ਖਿਆਲ ਤੁਸੀਂ ਕਦੇ ਗਲਤ ਨਹੀਂ ਹੋਵੋਗੇ। ਇਹ ਹਰ ਇੱਕ 'ਤੇ ਅਪਲਾਈ ਹੋਣਾ ਚਾਹੀਦਾ। ਹਰ ਇੱਕ ਬੰਦਾ ਇਹ ਸੋਚੇ ਕਿ ਮੈਂ ਮੁਹੱਬਤ ਨਾਲ ਗੱਲ ਕਰਨੀ ਹੈ। ਇਹ ਨਹੀਂ ਵੀ ਤੁਸੀਂ ਜੇ ਇਹਨਾਂ ਨੂੰ ਕੋਈ ਬੰਦਾ ਮਿਲ ਗਿਆ, ਮੈਂ ਉੱਥੇ ਹੈ ਨਹੀਂ ਤਾਂ ਮੇਰੀ ਛੱਲਾ ਹੀ ਚੱਲੋ, ਅਤੇ ਜੇ ਮੈਨੂੰ ਕੋਈ ਮਿਲ ਗਿਆ ਮੈਂ ਇਹਦੇ ਲਾਈ ਜਾਵਾਂ, ਅਤੇ ਟੋਲਦੇ ਰਹਿਣਾ ਵੀ ਧਰਮ ਜਨ ਦੇ ਖਿਲਾਫ ਬੰਦਾ ਕਿਹੜਾ, ਉਹ ਕੋਈ ਮਤਲਬ ਉਹਦੀ ਗੱਲ ਕਰਨੀ। ਇਹ ਆਦਤਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਚਲੋ ਜਦੋਂ ਕੋਈ ਸਪੈਸ਼ਲ ਦਿਨ ਆਉਂਦਾ, ਇਹ ਜ਼ਰੂਰੀ ਨਹੀਂ ਵੀ ਕ੍ਰਿਸਮਸ ਹੀ ਆ, ਤੁਹਾਡੇ ਪਰਿਵਾਰ 'ਚ ਕੋਈ ਦਿਨ ਆਉਂਦਾ, ਉਦੋਂ ਇਹ ਤੁਸੀਂ ਆਪਣਾ ਤਹਈਆ ਕਰੋ ਕਿ ਵੀ ਮੈਂ ਮੁਹੱਬਤ ਦੀ ਜਿਹੜੀ ਲੋਅ ਆ, ਮੁਹੱਬਤ ਦੀ ਲਾਈਟ ਲਾਉਣੀ ਆ, ਮੁਹੱਬਤ ਦੀ ਲਾਈਟ ਬੁਝਾਉਣੀ ਨਹੀਂ, ਅਤੇ ਨਾ ਮੈਂ ਜਿਹੜੀ ਚਿੰਗਾੜੀ ਜਿਹੜੀ ਜੈਲਸੀ ਦੀ ਆ ਜਾਂ ਦੁਸ਼ਮਣੀਆਂ ਪੈਦਾ ਕਰਨ ਦੀ, ਚੁਗਲਖੋਰੀ ਦੀ, ਉਹ ਨਹੀਂ ਕਰਨੀ। ਗਿਫਟ ਆਪਾਂ ਦਈਏ ਵਧੀਆ, ਤਾਂ ਕਿ ਉਹਨੂੰ ਪਤਾ ਲੱਗੇ ਵੀ ਮੈਂ ਫਲਾਣੇ ਟਾਈਮ ਨੂੰ ਆਹ ਗਿਫਟ ਮਿਲਿਆ ਸੀ, ਅਸੀਂ ਮੁਹੱਬਤ ਨਾਲ ਰਹਿੰਦੇ ਹਾਂ। ਜੀ ਡਾਕਟਰ ਸਾਹਿਬ, ਮੈਂ ਸਮਝਦਾ ਵੀ ਯਾਨੀ ਕਿ ਜਿਹੜੇ ਲੋਕਾਂ ਨੇ ਮੈਨੂੰ ਗਿਫਟ ਦਿੱਤੇ ਹੈਗੇ ਆ, ਉਹ ਮੈਂ ਜਦੋਂ ਕੋਈ ਜਿਹੜੀ ਕਿਸੇ ਨੇ ਮੈਨੂੰ ਟਾਈ ਦਿੱਤੀ ਹੈਗੀ ਆ, ਮੈਂ ਟਾਈ ਜੇ ਲਾਉਣਾ ਮੈਨੂੰ ਉਹ ਬੰਦੇ ਯਾਦ ਆਉਂਦੇ ਹੈ ਵੀ ਆ ਫਲਾਣੇ ਬੰਦੇ ਨੇ ਮੈਨੂੰ ਟਾਈ ਦਿੱਤੀ ਸੀਗੀ। ਕੁਛ ਯਾਨੀ ਕਿ ਜਾਂ ਹੋਰ ਚੀਜ਼ਾਂ ਜਿਹੜੀਆਂ ਦਿੱਤੀਆਂ ਹੈਗੀਆਂ ਮੈਨੂੰ ਉਹ ਵੀ ਯਾਦ ਆਉਂਦਾ ਹੈਗਾ, ਫਲਾਣੇ ਬੰਦੇ ਨੇ ਮੈਨੂੰ ਆਹ ਸੂਟ ਲੈ ਕੇ ਦਿੱਤਾ ਸੀ, ਆਹ ਫਲਾਣੇ ਬੰਦੇ ਨੇ ਯਾਨੀ ਕਿ ਮੇਰਾ ਆਹ ਕੀਤਾ ਸੀਗਾ। ਸੋ ਉਹ ਯਾਨੀ ਕਿ ਜਿਹੜੀ ਤੁਹਾਡਾ ਸਤਿਕਾਰ ਹੈਗਾ, ਜਿਹੜਾ ਤੁਹਾਡਾ ਗ੍ਰੇਟਫੁਲਨੈਸ ਹੈਗੀ ਆ, ਉਹ ਯਾਨੀ ਕਿ ਹੋਣੀ ਬਹੁਤ ਜ਼ਰੂਰੀ ਹੈ। ਜਿਹੜੀ ਗੱਲ ਅਸੀਂ ਦੋਨੇ ਭਰਾ ਬਾਰ-ਬਾਰ ਇਹ ਕਰ ਰਹੇ ਹਾਂ, ਜੇ ਤੁਹਾਡਾ ਕੋਈ ਅਲਟੀਰੀਅਰ ਮੋਟਿਵ ਹੈਗਾ, ਜਿਹਨੂੰ ਵੱਡੀ ਵੀ ਕਹਿ ਸਕਦੇ ਹਾਂ, ਉਹ ਗਿਫਟ ਨਹੀਂ ਹੈ, ਉਹ ਤਾਂ ਵੱਡੀ ਦਿੰਦੇ ਤੁਸੀਂ, ਯਾਨੀ ਕਿ ਉਹ ਗਿਫਟ ਨਹੀਂ ਹੈ। ਗਿਫਟ ਹੁੰਦਾ ਹੈਗਾ ਪਿਆਰ ਨਾਲ ਦੇਣਾ, ਸਤਿਕਾਰ ਨਾਲ ਦੇਣਾ, ਵੀ ਤੁਹਾਡਾ ਮਨ ਕਰਦਾ ਹੈ ਯਾਰ ਨਹੀਂ ਆਈ ਲਾਈਕ ਦੈਟ ਪਰਸਨ, ਯਾਨੀ ਕਿ ਮੈਂ ਉਹਨੂੰ ਦੇਣਾ ਚਾਹੁੰਦਾ ਹੈਗਾ। ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਆ, ਕਿਤਾਬ ਵਰਗਾ ਵੱਡਾ ਗਿਫਟ ਕੋਈ ਨਹੀਂ ਦਿੱਤਾ, ਪਰ ਇਹ ਵੀ ਗੱਲ ਹੈ ਕੁਛ ਲੋਕਾਂ ਨੂੰ ਸ਼ਾਇਦ ਕਿਤਾਬ ਨਾ ਚੰਗੀ ਲੱਗਦੀ ਹੋਵੇ। ਮੈਨੂੰ ਯਾਦ ਹੈ ਇੱਕ ਵਾਰੀ ਬਹੁਤ ਸਾਲਾਂ ਦੀ ਗੱਲ ਹੈ, ਉਦੋਂ ਮੈਂ ਕਿਸੇ ਨੂੰ ਕਿਤਾਬ ਦਿੱਤੀ ਅਤੇ ਉੱਥੇ ਮੈਨੂੰ ਬਾਅਦ ਵਿੱਚ ਮਿਹਣਾ ਮਿਲਿਆ, ਲੈ ਦੱਸ ਤਾਂ ਅਕਲ ਵੀ ਨਹੀਂ ਇਹਨੂੰ ਵੀ ਭਲਾ ਦੱਸ ਕਿਤਾਬ ਦੇ ਦਿੰਦੀ ਗਿਫਟ। ਅਤੇ ਮੈਂ ਆਪਣੇ ਆਪ ਵਿੱਚ ਬੜਾ ਨਮੋਸ਼ੀ ਫੀਲ ਕੀਤੀ, ਮੈਂ ਕਿਹਾ ਮੂਰਖਾਂ ਨਾਲ ਬਾਹ ਪੈ ਗਿਆ ਵੀ ਮੈਂ ਇਹਨਾਂ ਨੂੰ ਹੁਣ ਕੁਛ ਨਹੀਂ ਕਹਿ ਸਕਦਾ। ਸੋ ਇਸ ਕਰਕੇ ਵੀ ਜਿਹੜਾ ਗਿਫਟ ਮੈਂ ਲੋਕਾਂ ਨੂੰ ਜਿਹੜੇ ਦਿੱਤੇ, ਆਪ ਵੀ ਦਿੰਦਾ ਮੈਂ, ਯਾਨੀ ਕਿ ਕੱਪੜੇ ਵੀ ਦਿੱਤੇ ਹੈਗੇ ਲੋਕਾਂ ਨੂੰ, ਬਹੁਤ ਸਾਰੇ ਸ਼ਰਟਾਂ ਦਿੱਤੀਆਂ ਹੈਗੀਆਂ, ਟਾਈਆਂ ਦਿੱਤੀਆਂ ਹੈਗੀਆਂ। ਅਤੇ ਕੁਛ ਬੰਦਿਆਂ ਨੇ ਮੈਨੂੰ ਉਸੇ ਟਾਈਮ ਕਿਹਾ, ਕਹਿੰਦੇ ਲੈ ਵੀ ਆਹ ਭਾਵੇਂ ਟਾਈ ਦਿੱਤੀ ਹੈਗੀ ਤੂੰ ਮੈਨੂੰ, ਜਿਹੜੀ ਹੈਗੀ ਆ ਮੈਂ ਇਹਨੂੰ ਆਪਣੇ ਸੀਨੇ ਨਾਲ ਲਾ ਕੇ ਰੱਖੂੰਗਾ, ਹਲੇ ਮੈਨੂੰ ਯਾਨੀ ਕਿ ਤੂੰ ਇਹ ਦਿੱਤੀ ਸੀਗੀ। ਅਤੇ ਜਾਂ ਪੈਨ ਵੀ ਮੈਂ ਆਮ ਕਰਕੇ ਲੋਕਾਂ ਨੂੰ ਪੈਨ ਆਪਣਾ ਜ਼ਰੂਰ ਦਿੰਦਾ ਹੈਗਾ ਇੱਕ, ਅਤੇ ਨਾਲ ਐਕਣ ਵੀ ਆਪਣੀ ਕਿਤਾਬ ਵੀ ਦਿੰਦਾ ਹੈਗਾ। ਕਈਆਂ ਨੂੰ ਸ਼ੂਜ਼ ਵੀ ਦਿੱਤੇ ਹੈਗੇ ਆ, ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹੈਗੀਆਂ ਸਵੈਟਰ। ਅਤੇ ਈਵਨ ਇੱਥੋਂ ਤੱਕ ਵੀ ਇੱਕ ਯਾਨੀ ਕਿ ਜਾਣਦਾ ਬੰਦਾ ਕਹਿੰਦਾ ਯਾਰ ਮੈਂ ਜਦੋਂ ਆਪਣੀ ਵਾਰਡਰੋਬ ਖੋਲ੍ਹਦਾ ਅਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਯਾਨੀ ਕਿ ਜਿਹੜੀਆਂ ਤੇਰੇ ਵੱਲੋਂ ਗਿਫਟ ਮੈਨੂੰ ਮਿਲੀਆਂ, ਮੇਰੀ ਤਾਂ ਆਪਣੀ ਸ਼ਰਟ ਕੋਈ ਵੀ ਨਹੀਂ ਖਰੀਦੀ ਹੈ। ਖੈਰ ਮੈਨੂੰ ਇਸ ਚੀਜ਼ ਦਾ ਬੜਾ ਮਾਣ ਹੋਇਆ, ਲੈ ਵੀ ਇਹ ਵੀ ਜ਼ਰੂਰਤ ਹੈ ਤੁਹਾਡੇ 'ਚ ਕਹਿਣ ਦੀ, ਸੱਚ ਕਹਿਣ ਦੀ। ਕਈ ਬੰਦੇ ਇਹ ਉਹਨਾਂ 'ਚ ਜ਼ਰੂਰਤ ਵੀ ਨਹੀਂ ਹੈ, ਉਹ ਕਹਿਣ ਐਕਨੋਲੇਜ ਕਰਨ ਵੀ ਯਾਨੀ ਕਿ ਆਈ ਐਮ ਸੋ ਗ੍ਰੇਟਫੁਲ ਵੀ ਤੂੰ ਮੈਨੂੰ ਇੰਨਾ ਕੁਛ ਦਿੱਤਾ ਹੈਗਾ। ਸੋ ਇਸ ਕਰਕੇ ਮੈਂ ਸਮਝਿਆ ਵੀ ਸਾਨੂੰ ਇਹ ਜ਼ਰੂਰਤ ਜਿਹੜੀ ਹੈਗੀ ਆਪਣੇ ਆਪ ਵਿੱਚ ਜ਼ਰੂਰ ਪਾਉਣੀ ਚਾਹੀਦੀ ਆ। ਗਿਫਟ ਦੇਣੇ ਵੀ ਚਾਹੀਦੇ ਆ, ਉਹ ਵੀ ਉਹਦੀ ਲੋੜ ਦੇ ਮੁਤਾਬਕ, ਬਦੋਗਰੀ ਨਹੀਂ, ਅਤੇ ਗਿਫਟ ਲੈਣ ਵਿੱਚ ਵੀ ਸਾਨੂੰ ਮਜ਼ਾ ਆਉਂਦਾ ਹੈਗਾ ਅਤੇ ਇੰਜੋਏ ਕਰਨਾ ਚਾਹੀਦਾ ਹੈਗਾ। ਦੈਟਸ ਦ ਬੈਸਟ। ਬਹੁਤ ਥੈਂਕ ਯੂ ਡਾਕਟਰ ਸਾਹਿਬ। ਜਿਹੜਾ ਗਿਫਟ ਆ
ਜਿਹੜਾ ਕਨਕਲੂਜਨ ਇਹ ਆ ਕਿ ਵੀ ਮੀਨਿੰਗਫੁਲ ਗਿਫਟ ਦਿਓ ਕਿਸੇ ਪੱਖ ਤੋਂ ਵੀ ਹੋਵੇ। ਜਿਹੜੀ ਕਿਤਾਬ ਆ, ਕਿਤਾਬ ਜਿਹੜੀ ਸਿੱਖਿਆ ਦਾ ਭੰਡਾਰ ਆ ਉਹ ਦਿੱਤੀ ਜਾਵੇ ਤਾਂ ਇਹਦੇ ਨਾਲ ਦੀ ਕੋਈ ਚੀਜ਼ ਨਹੀਂ ਹੈ। ਕਈ ਬੰਦੇ ਅਨਪੜ੍ਹ ਹੁੰਦੇ ਉਹਨਾਂ ਲਈ ਤਾਂ ਉਹ ਗੱਲ ਸਹੀ ਨਹੀਂ ਹੈ, ਪਰ ਗੱਲ ਇਹ ਆ ਕਿ ਜਿਹੜਾ ਕਿਸੇ ਨੂੰ ਮੁਹੱਬਤ ਨਾਲ ਯਾਦ ਕਰਨਾ ਇਹ ਆਪਣੇ ਆਪ ਵਿੱਚ ਗਿਫਟ ਹੈ। ਅਤੇ ਗਿਫਟ ਦਿਓ ਪਰ ਪਿਆਰ ਮੁਹੱਬਤ ਉਹ ਬਰਕਰਾਰ ਰਹਿਣਾ ਚਾਹੀਦਾ। ਮੈਨੂੰ ਯਾਦ ਆ ਕਿ ਮੇਰਾ ਲੜਕਾ ਇੱਕ ਵਾਰੀ ਬੰਬੇ ਗਿਆ ਕਿਸੇ ਮਿਊਜ਼ਿਕਲ ਗਰੁੱਪ ਦੇ ਨਾਲ, ਉੱਥੋਂ ਉਹ 2 CD ਲੈ ਕੇ ਆਇਆ। ਉਹ CD ਇੰਨੀ ਟੇਸਟਫੁਲ ਸੀ ਮੇਰੇ ਮੁਤਾਬਕ, ਕਿਉਂਕਿ ਮੈਂ ਮਿਊਜ਼ੀਕਲ ਮਾਈਂਡ ਦਾ ਬੰਦਾ ਹਾਂ, ਅਤੇ ਉਹ ਗਜ਼ਲਾਂ ਸ਼ਾਇਦ ਆਮ ਨਹੀਂ ਮਿਲਦੀਆਂ। ਉਹ CD ਮੇਰੀ ਇੰਨੀ ਪਿਆਰੀਆਂ ਦੋਨੇ, ਅਤੇ ਮੈਂ ਅੱਜ ਵੀ ਉਹਨਾਂ ਨੂੰ ਲਾ ਕੇ ਸੁਣਦਾ। ਮੈਂ ਗੱਲ ਕਰਦਾ 15 ਸਾਲ ਦੀ ਪੁਰਾਣੀ ਗੱਲ ਹੁੰਦੀ ਆ, ਕਿਉਂਕਿ ਜਿਹੜਾ ਗਿਫਟ ਉਹ ਜਿਹੜੀ ਭਾਵਨਾ ਦੇਖੋ ਉਹ ਉੱਥੇ ਉਹ ਗਿਆ ਆਪਣੇ ਕੰਮ ਸੀ, ਪਰ ਉੱਥੇ ਵੀ ਉਹਨੂੰ ਯਾਦ ਰੱਖਿਆ ਵੀ ਡੈਡੀ ਨੂੰ ਆਹ ਚੀਜ਼ਾਂ ਪਸੰਦ ਆ, ਉਹ ਲੈ ਕੇ ਆਇਆ। ਅਤੇ ਇੱਦਾਂ ਹੁੰਦੀ ਕਈ ਵਾਰੀ ਕਈ ਵਾਰੀ ਗੱਲ ਛੋਟੀ ਹੁੰਦੀ ਲੇਕਿਨ ਉਹਦਾ ਬਹੁਤ ਵੱਡਾ ਮਤਲਬ ਹੁੰਦਾ। ਅਤੇ ਮੈਂ ਸਮਝਦਾ ਕਿ ਅਸੀਂ ਹਰ ਇੱਕ ਨੂੰ ਗਿਫਟ ਦੇ ਸਕਦੇ ਹਾਂ। ਉਸ ਗਿਫਟ ਦਾ ਜਿਹੜਾ ਉਹਦਾ ਮਤਲਬ ਕੀ ਹੋਣਾ ਚਾਹੀਦਾ, ਕੋਈ ਗਿਫਟ ਦਾ ਤੁਸੀਂ ਉਹਨੂੰ ਦੇ ਰਹੇ ਆ ਕਿ ਉਹਦੀ ਉਹ ਜ਼ਰੂਰਤ ਜਾਂ ਉਹਦੀ ਉਹ ਭਾਵਨਾ ਪੂਰੀ ਕਰਦਾ ਜਿਸ ਕੁਝ ਦੇ ਰਹੇ ਆ, ਅਤੇ ਜਿਹੜੀ ਮਤਲਬ ਤੁਹਾਡੀ ਗਿਫਟ ਨਾਲ ਖੁਸ਼ੀ ਵਧਣੀ ਚਾਹੀਦੀ ਆ, ਇਹ ਬਹੁਤ ਜ਼ਰੂਰੀ ਆ। ਅਤੇ ਜੇ ਤੁਸੀਂ ਕੋਈ ਚੀਜ਼ ਨਹੀਂ ਉਹਨਾਂ ਪਿਆਰ ਨਹੀਂ ਪਤਾ, ਉਹ ਗੱਲ ਫਿਰ ਗੱਲ ਤਾਂ ਅਸੀਂ ਮਿਲਦੇ ਅਗਲੇ ਹਫ਼ਤੇ। ਆਪਣਾ ਰੱਖਿਓ ਖਿਆਲ। ਜੈ ਭੀਮ, ਨੋ ਬੁੱਧਾ, ਗੁੱਡ ਬਾਏ।